ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹਰਦੀਪ ਸਿੰਘ। ਪਿਛਲੇ ਕੁਝ ਦਿਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਪਰਸੋਨਾ ਕੰਸਲਟੈਂਟ ਦੇ ਪੇਜ ਤੇ ਲਾਈਵ ਹੁੰਦਾ ਸੀਗਾ। ਹੁਣ ਜਿਹੜਾ ਹੈਗਾ ਉਹ ਪਰਸੋਨਾ ਕੰਸਲਟੈਂਟ ਜਿਹੜੀ ਕੰਪਨੀ ਹੈਗੀ ਉਹ ਮੈਂ ਛੱਡ ਚੁੱਕਾ ਤੇ ਹੁਣ ਮੇਰੀ ਜਿਹੜੀ ਨਵੀਂ ਕੰਪਨੀ ਹੈ ਦੈਟ ਇਜ਼ ਹਰਨੀਤ ਓਵਰਸੀਜ਼ ਪਾਥਵੇ ਐਜੂਕੇਸ਼ਨ, ਜਿਹੜਾ HOPE ਹੋਪ। ਇਸ ਕੰਪਨੀ ਨੂੰ ਸ਼ੁਰੂ ਕਰਨ ਦੇ ਲਈ ਜਿਹੜੀਆਂ ਅਸੀਂ ਜਿਹੜਾ ਨਾਮ ਹੀ ਰੱਖਿਆ ਇਹਦਾ ਹੋਪ, ਉਹ ਉਮੀਦ ਦੀ ਕਿਰਨ ਉਹਨਾਂ ਸਾਰੇ ਬੱਚਿਆਂ ਲਈ ਜਿਹੜੇ ਫੋਰਨ ਜਾਣਾ ਚਾਹੁੰਦੇ ਆ, ਕਿਸੇ ਕਾਰਨ ਕਰਕੇ ਫੋਰਨ ਨਹੀਂ ਜਾ ਪਾ ਰਹੇ, ਉਹਨਾਂ ਦੇ ਆਇਲਸ ਦੇ ਸਕੋਰ ਘੱਟ ਹੈ ਜਾਂ ਕੋਵਿਡ ਕਰਕੇ ਉਹਨਾਂ ਨੂੰ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਅੱਗੇ ਆਉਣ ਵਾਲੇ ਦਿਨਾਂ 'ਚ ਕੋਈ ਦੁੱਖ ਤਕਲੀਫ ਹੈ ਜਿਹੜੀ ਕਿਸੇ ਵੀ ਏਜੰਟਸ ਤੋਂ ਥੱਕ ਟੁੱਟ ਚੁੱਕੇ ਆ, ਠੱਗੀ ਦਾ ਸ਼ਿਕਾਰ ਹੋ ਚੁੱਕੇ ਆ, ਉਹ ਸਾਰੀਆਂ ਚੀਜ਼ਾਂ ਨੂੰ ਬਚਾਉਣ ਦੇ ਲਈ ਸਾਡੀ ਇਹ ਕੰਪਨੀ ਤੁਹਾਡੀ ਪੂਰੀ ਮਦਦ ਕਰੇਗੀ। ਮੈਂ ਜਿਹੜਾ ਪਿਛਲੇ 15 ਸਾਲ ਤੋਂ ਇਸ ਫੀਲਡ ਦੇ ਵਿੱਚ ਹੈਗਾ, ਤੁਹਾਨੂੰ ਪੂਰੀ ਇਸ ਚੀਜ਼ ਦੀ ਸਹਾਇਤਾ ਕਰਾਂਗਾ ਕਿ ਕਿਸ ਤਰ੍ਹਾਂ ਤੁਹਾਨੂੰ ਸਹੀ ਤਰੀਕੇ ਦੇ ਨਾਲ ਬਾਹਰ ਜਾਇਆ ਜਾ ਸਕਦਾ। ਹਰਨੀਤ ਓਵਰਸੀਜ਼ ਪਾਥਵੇ ਐਜੂਕੇਸ਼ਨ ਜਿਹੜੀ ਕੰਪਨੀ ਨੂੰ ਸਟਾਰਟ ਕਰਨ ਦਾ ਜਿਹੜਾ ਮੋਟਿਵ ਹੈਗਾ ਉਹ ਇਹ ਹੈਗਾ ਕਿ ਤੁਹਾਨੂੰ ਹਰ ਤਰ੍ਹਾਂ ਦੀਆਂ ਫੈਸਿਲਿਟੀਜ਼ ਸਰਵਿਸਿਜ਼ ਦਿੱਤੀਆਂ ਜਾਣ, ਬਹੁਤ ਘੱਟ ਰੇਟਸ ਦੇ ਉੱਤੇ, ਬਹੁਤ ਘੱਟ ਖਰਚੇ। ਜਿਹੜੇ ਖਰਚੇ ਤੁਹਾਡੇ ਜਿਹੜੇ ਕੰਸਲਟੈਂਟ ਜਿਹੜੇ ਬਹੁਤ ਜ਼ਿਆਦਾ ਇਹਦੇ ਤੇ ਤੁਹਾਡੇ ਕੋਲ ਚਾਰਜਸ ਲੈਂਦੇ ਆ, ਉਹਨਾਂ ਨੂੰ ਅਸੀਂ ਘੱਟੋ ਘੱਟ ਲਈਏ। ਇਹ ਸਾਡਾ ਮੇਨ ਮੋਟਿਵ ਹੈਗਾ। ਤੁਹਾਡੇ ਇਸ ਵੇਲੇ ਜੋ ਕੋਵਿਡ ਦੀ ਮਾਰ ਪਈ ਹੈ ਸਾਰਿਆਂ ਨੂੰ, ਉਹ ਮੈਨੂੰ ਲੱਗਦਾ ਪਿਆ ਕਿ ਉਹ ਕਿਸਾਨਾਂ ਦੇ ਉੱਤੇ ਵੀ ਬਹੁਤ ਬੁਰਾ ਅਸਰ ਉਹਦਾ ਹੋਏਗਾ, ਇਕਨੋਮੀ ਦੇ ਉੱਤੇ ਬਹੁਤ ਬੁਰਾ ਅਸਰ ਹੋਏਗਾ। ਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਹਰਨੀਤ ਓਵਰਸੀਜ਼, ਜੈ ਸ਼ੰਕਰ ਭਾਜੀ, ਜਿਹੜਾ ਹਰਨੀਤ ਓਵਰਸੀਜ਼ ਹੈ, ਇਹ ਇਸ ਚੀਜ਼ ਨੂੰ ਲੈ ਕੇ ਆਏਗਾ ਕਿ ਜਦੋਂ ਅਸੀਂ ਤੁਹਾਨੂੰ ਸਾਰਿਆਂ ਨੂੰ ਉਹ ਸਰਵਿਸਿਜ਼ ਦਿਆਂਗੇ, ਓਨੈਸਟੀ ਦੇ ਨਾਲ ਸਰਵਿਸਿਜ਼ ਦਿਆਂਗੇ, ਜਿਹੜਾ ਕਿ ਹਰ ਤਰੀਕੇ ਨਾਲ ਮੀਨਸ ਤੁਹਾਨੂੰ ਕੈਨੇਡਾ ਸਟੂਡੈਂਟ ਵੀਜ਼ਾ ਘੱਟ ਆਇਲਸ ਦੇ ਨਾਲ ਤੁਸੀਂ ਕਿੱਦਾਂ ਜਾ ਸਕਦੇ ਹੋ, ਉਹਦੇ ਬਾਰੇ ਅੱਜ ਐਕਸਪਲੇਨ ਕਰਾਂਗਾ। UK ਦੇ ਲਈ ਨੈਕਸਟ ਜਿਹੜਾ ਮੇਰਾ ਲਾਈਵ ਹੋਏਗਾ UK ਸਟੂਡੈਂਟ ਵੀਜ਼ਾ, UK ਪਰਮਾਨੈਂਟ ਰੈਜ਼ੀਡੈਂਸੀ, UK ਦੇ ਜਿਹੜੇ ਟੀਅਰ 4 ਆ, ਟੀਅਰ 2 ਆ, ਟੀਅਰ 1 ਹੈ, ਕਿੱਦਾਂ ਹੁੰਦਾ, ਇਹਦੇ ਵਿੱਚ ਕਿਸ ਤਰ੍ਹਾਂ ਤਰੀਕੇ ਨਾਲ ਅਪਲਾਈ ਕੀਤਾ ਜਾ ਸਕਦਾ। ਅੱਜ ਜਿਹੜਾ ਲਾਈਵ ਹੈਗਾ ਤੁਹਾਡੇ ਨਾਲ, ਇਹਦੇ ਵਿੱਚ ਮੈਂ ਡਿਸਕਸ਼ਨ ਕਰਾਂਗਾ ਆਪਾਂ ਕੋਵਿਡ ਨੂੰ ਤੁਸੀਂ ਇੱਕ ਚੀਜ਼ ਨਾਲ ਪਹਿਲਾਂ ਲੈ ਲਓ ਕਿ ਇਹਦੇ ਨਾਲ ਹੀ ਸਾਨੂੰ ਚੱਲਣਾ ਪਏਗਾ। ਆਫਿਸਿਸ ਖੁੱਲ੍ਹ ਜਾਣ ਜਾਂ ਆਫਿਸਿਸ ਬੰਦ ਰਹਿਣ, ਸਾਨੂੰ ਅਪਲਾਈ ਆਨਲਾਈਨ ਕਰਨਾ ਪਏਗਾ। ਸੈਪਟੈਂਬਰ ਇਨਟੇਕ, ਜਿਸ ਤਰ੍ਹਾਂ ਸਾਰੀਆਂ ਕਾਲਜਸ ਯੂਨੀਵਰਸਿਟੀਜ਼ ਨੇ ਕੈਨੇਡਾ ਨੇ ਕਹਿ ਦਿੱਤਾ ਕਿ ਅਸੀਂ ਸੈਪਟੈਂਬਰ ਇਨਟੇਕ ਲਵਾਂਗੇ। ਸੈਪਟੈਂਬਰ ਇਨਟੇਕ ਹੁਣ ਇਹਦੇ ਵਿੱਚ ਜਿਹੜੀ ਮੇਜਰਲੀ ਪ੍ਰੋਬਲਮ ਆ ਰਹੀ ਹੈ ਕੋਵਿਡ ਕਰਕੇ, ਉਹ ਦੋ ਤਿੰਨ ਚੀਜ਼ਾਂ ਦੀ ਹੋ ਰਹੀ ਹੈ। ਪਹਿਲੇ ਬੱਚੇ ਆਇਲਸ ਨਹੀਂ ਦੇ ਪਾ ਰਹੇ, ਆਇਲਸ ਦੇ ਸਾਰੇ ਐਗਜ਼ਾਮ ਸਸਪੈਂਡ ਹੋ ਚੁੱਕੇ। ਜਿਹੜੇ ਬੱਚਿਆਂ ਨੇ +2 ਕਰਨੀ ਸੀ 2020 ਦੇ ਵਿੱਚ, ਉਹਨਾਂ ਦੇ ਐਗਜ਼ਾਮ ਹੋ ਗਏ ਤੇ ਰਿਜ਼ਲਟ ਨਹੀਂ ਆਇਆ। ਜੇ ਕਈਆਂ ਦੇ ਐਗਜ਼ਾਮ ਨਹੀਂ ਹੋਏ, ਕਈ ਬੋਰਡਸ ਦੇ ਜਿਹੜੇ ਐਗਜ਼ਾਮ ਹਲੇ ਵੀ ਪੈਂਡਿੰਗ ਹੈ। ਨਵੀਆਂ ਡੇਟ ਸ਼ੀਟਸ ਆ ਰਹੀਆਂ ਰੈਗੂਲਰਲੀ, ਆਪਾਂ ਦੇਖਦੇ ਪਏ ਹਾਂ, ਤੇ ਅੱਗੇ ਡੇਟ ਸ਼ੀਟ ਐਕਸਟੈਂਡ ਵੀ ਹੋ ਰਹੀਆਂ। ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਲੈ ਕੇ ਚੱਲਦੇ ਹਾਂ, ਉਹਦੇ ਵਿੱਚ ਇਹਦਾ ਜਿਹੜਾ ਨੁਕਸਾਨ ਹੋਇਆ ਬੱਚਿਆਂ ਦਾ, ਉਹਦੇ ਨਾਲ ਅੰਬੈਸੀਜ਼ ਦਾ, ਉਹਦੇ ਨਾਲ ਕਾਲਜਸ ਯੂਨੀਵਰਸਿਟੀਜ਼ ਦਾ, ਉਹਨਾਂ ਨੂੰ ਬੱਚੇ ਨਹੀਂ ਗਏ, ਉਹਦਾ ਫਾਇਦਾ ਕੀ ਮਿਲਣਾ, ਇਹਦੇ ਬਾਰੇ ਅੱਜ ਡਿਸਕਸ਼ਨ ਕਰਾਂਗੇ। ਕੋਵਿਡ ਨਾਲ ਤੁਹਾਨੂੰ ਇੱਕ ਚੀਜ਼ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਕਿ ਲੋਕਡਾਊਨ ਖੁੱਲ੍ਹ ਗਿਆ, ਕਰਫਿਊ ਖੁੱਲ੍ਹ ਗਿਆ ਹੋਇਆ, ਸਾਰੇ ਆਫਿਸਿਸ ਖੁੱਲ੍ਹ ਰਹੇ ਆ। ਆਫਿਸਿਸ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜਾ ਅਸੀਂ ਤੁਹਾਡੇ ਲਈ ਕੀ ਲੈ ਕੇ ਆਏ ਹਾਂ, ਆਨਲਾਈਨ ਐਪਲੀਕੇਸ਼ਨ ਪ੍ਰੋਵਾਈਡ। ਆਨਲਾਈਨ ਦਾ ਮਤਲਬ ਕੀ ਹੈ, ਅੱਜ ਤੁਸੀਂ ਕਿਤੇ ਵੀ ਬੈਠੇ ਹੋਵੋ, ਤੁਸੀਂ ਉਹ ਸਾਡੇ ਨਾਲ ਆਨਲਾਈਨ ਸੰਪਰਕ ਕਰ ਸਕਦੇ ਹੋ। ਆਨਲਾਈਨ ਤੁਸੀਂ ਸਾਨੂੰ ਡਾਕੂਮੈਂਟ ਭੇਜ ਸਕਦੇ ਹੋ, ਡਾਕੂਮੈਂਟ WhatsApp ਤੇ ਆ ਸਕਦੇ, ਬੜਾ ਈਜ਼ੀ ਅਸੀਂ ਰੱਖਿਆ ਹੋਇਆ ਸਿਸਟਮ ਸਾਰਾ। WhatsApp ਤੇ ਡਾਕੂਮੈਂਟ ਤੁਸੀਂ ਭੇਜ ਸਕਦੇ ਹੋ, ਈਮੇਲ ਤੇ ਭੇਜ ਸਕਦੇ ਹੋ। ਜਿਹੜੀਆਂ ਹੋਰ ਫੈਸਿਲਿਟੀਜ਼ ਹੈਗੀਆਂ ਆਨਲਾਈਨ ਭੇਜਣ ਦੀਆਂ, ਉਹ ਅਸੀਂ ਉਹਦੇ ਨਾਲ ਵੀ ਵੀਡੀਓ ਕਾਨਫਰੈਂਸਿੰਗ ਦੇ ਨਾਲ ਵੀ ਅਸੀਂ ਤੁਹਾਡੀ ਕਾਉਂਸਲਿੰਗ ਕਰ ਰਹੇ ਹਾਂ, ਦਿਨ ਰਾਤ ਤੁਹਾਡੇ ਨਾਲ ਕਰ ਰਹੇ ਹਾਂ। ਇਸ ਵੇਲੇ ਰਾਤ ਦੇ ਤਕਰੀਬਨ 9:30 ਵੱਜ ਗਏ ਤੇ ਮੈਂ ਤੁਹਾਡੇ ਨਾਲ ਲਾਈਵ ਹੈਗਾ ਅੱਜ। ਇਸ ਤੋਂ ਪਹਿਲਾਂ ਮੈਂ ਕੁਝ ਕਾਲਸ ਵੀ ਲੈ ਕੇ ਹਟਿਆ, ਕੁਝ ਕਲਾਇੰਟ ਨੂੰ ਜਿਹੜਾ ਮੈਂ ਖੁਦ ਕਾਲਸ ਕਰਦਾ, ਉਹਨਾਂ ਨੂੰ ਕਾਉਂਸਲਿੰਗ ਦਿੰਦਾ ਕਿ ਉਹਨਾਂ ਦਾ ਕਿਹੜਾ ਪ੍ਰੋਡਕਟ ਹੈ, ਕਿੱਥੇ ਉਹਨਾਂ ਦੀ ਐਲੀਜੀਬਿਲਿਟੀ ਬਣਦੀ ਪਈ ਹੈ। ਇਹ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਕੀ ਧਿਆਨ 'ਚ ਰੱਖਣਾ ਹੈਗਾ, ਆਪਾਂ ਨੂੰ ਧਿਆਨ 'ਚ ਰੱਖਣਾ ਕਿ ਘਰੋਂ ਨਿਕਲਣ ਲੱਗੇ ਆਪਣੇ ਪ੍ਰੀਕਾਸ਼ਨਸ ਲੈਣੇ ਆ, ਜਿੰਨਾ ਘੱਟ ਹੋ ਸਕੇ ਉਨਾ ਘਰੋਂ ਨਿਕਲੋ, ਕਿਉਂਕਿ ਕੋਵਿਡ ਦੀ ਮਾਰ, ਕੋਵਿਡ ਖਤਮ ਨਹੀਂ ਹੋਇਆ, ਕਰੋਨਾ ਵਾਇਰਸ ਖਤਮ ਨਹੀਂ ਹੋਇਆ। ਹਾਂ, ਲੋਕਡਾਊਨ ਜ਼ਰੂਰ ਖਤਮ ਹੋ ਗਿਆ, ਕਿਉਂਕਿ ਲੋਕਡਾਊਨ ਖਤਮ ਕਰਨ ਤੋਂ ਇਲਾਵਾ ਸਰਕਾਰਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਇਸ ਵੇਲੇ। ਤੁਸੀਂ ਘੱਟੋ ਘੱਟ ਘਰੋਂ ਬਾਹਰ ਨਿਕਲੋ। ਇਸ ਕਰਕੇ ਅਸੀਂ ਤੁਹਾਡੇ ਲਈ ਤੁਹਾਡੇ ਘਰ ਤੱਕ ਅਪਰੋਚ ਕਰ ਰਹੇ ਹਾਂ, ਤੁਸੀਂ ਸਾਡੇ ਤੱਕ ਆਉਣਾ ਨਹੀਂ ਹੈ। ਤੁਹਾਨੂੰ ਫ੍ਰੀ ਆਫ ਕਾਸਟ ਸਰਵਿਸਿਜ਼ ਦੇ ਰਹੇ ਹਾਂ, ਆਫਰ ਲੈਟਰ ਫ੍ਰੀ ਆਫ ਕਾਸਟ ਤੁਹਾਨੂੰ ਆ ਰਹੀ ਹੈ। ਅਸੀਂ ਕੋਈ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰ ਰਹੇ ਤੁਹਾਡੇ ਕੋਲੋਂ। ਤੁਸੀਂ ਸਾਡੇ ਆਪਣੇ ਡਾਕੂਮੈਂਟ ਭੇਜਣੇ ਅਸੈਸਮੈਂਟ ਦੇ ਲਈ, ਡਾਕੂਮੈਂਟ ਅਸੀਂ ਅਸੈਸ ਕਰ ਰਹੇ ਹਾਂ। ਅਸੀਂ ਇਹ ਸਾਰਾ ਕੁਝ ਕਿਉਂ ਕਰ ਰਹੇ ਹਾਂ, ਤਾਂ ਕਿ ਤੁਸੀਂ ਦੂਰੋਂ ਸਫ਼ਰ ਨਾ ਕਰੋ, ਤਾਂ ਕਿ ਤੁਹਾਨੂੰ ਘਰ ਬੈਠੇ ਉਹ ਸਰਵਿਸਿਜ਼ ਮਿਲ ਸਕੇ। ਤੇ ਹਰਨੀਤ ਓਵਰਸੀਜ਼ ਤੁਹਾਨੂੰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਓਨੈਸਟੀ ਦੇ ਨਾਲ ਤੁਹਾਨੂੰ ਹਰੇਕ ਸਰਵਿਸਿਜ਼ ਪ੍ਰੋਵਾਈਡ ਕਰੇਗਾ, ਘਰ ਬੈਠਿਆਂ ਨੂੰ ਹੀ। ਇਹ 1 ਸਾਲ ਤੱਕ ਇਹ ਚੀਜ਼ ਚੱਲਣੀ ਹੈ। ਇਹ ਚੀਜ਼ ਨਾਲ ਲੈ ਕੇ ਚੱਲੋ ਕਿ 1 ਸਾਲ ਤੋਂ
ਪਹਿਲਾਂ ਘਟੇਗੀ ਨਹੀਂ। ਤੁਹਾਨੂੰ ਇਹ ਮੇਰੇ ਬਹੁਤ ਇਸ ਪਿਛਲੇ ਲਾਈਵ ਦੇ ਵਿੱਚ ਵੀ ਮੈਂ ਤੁਹਾਨੂੰ ਕਿਹਾ ਸੀ ਕੈਨੇਡਾ ਅਸੀਂ 5.5 ਬੈਂਡ ਦੇ ਨਾਲ ਓਵਰਆਲ 6 2 ਚੋਂ 5.5 ਦੇ ਨਾਲ ਕਿੱਦਾਂ ਅਸੀਂ ਅਸੈਪਟ ਕਰ ਸਕਦੇ ਹਾਂ ਐਪਲੀਕੇਸ਼ਨ, ਉਹਦੇ ਬਾਰੇ ਤੁਹਾਨੂੰ ਅੱਜ ਡਿਸਕਸ਼ਨ ਕਰਾਂਗੇ। ਕੈਨੇਡਾ ਦੇ ਵਿੱਚ ਪੀਆਰ ਜਿੱਦਾਂ ਆਪਾਂ ਦੇਖਦੇ ਪਏ ਹਾਂ, ਜਿਹੜੀ ਪੀਐਨਪੀ ਦੇ ਵਿੱਚ ਕੀ ਚੱਲ ਰਿਹਾ, ਪੀਆਰ ਵਿੱਚ ਜਿਹੜਾ ਅੱਗੇ ਕੀ ਚੱਲਦਾ ਪਿਆ, ਐਕਸਪ੍ਰੈਸ ਐਂਟਰੀ ਦੇ ਵਿੱਚ ਕੀ ਸਕੋਰਸ ਆ ਰਹੇ ਨੇ, ਉਹਦੀਆਂ ਅੱਗੇ ਆਉਣ ਵਾਲੀਆਂ ਚੀਜ਼ਾਂ ਦੇ ਵਿੱਚ ਕਿਹਨੂੰ ਬੈਨੀਫਿਟ ਹੋਣ ਵਾਲੇ ਹੈਗੇ, ਉਹਦੇ ਬਾਰੇ ਅੱਜ ਡਿਸਕਸ਼ਨ ਕਰਾਂਗੇ। ਤੁਹਾਨੂੰ ਜਿਹੜਾ ਸਾਡਾ ਮੇਨ ਓਨੈਸਟੀ ਦੇ ਨਾਲ ਸਰਵਿਸਿਜ਼ ਦੇਣਾ, ਬਹੁਤ ਘੱਟ ਰੇਟਸ ਦੇ ਉੱਤੇ, ਪ੍ਰੋਸੈਸਿੰਗ ਫੀਸ ਦੇ ਨਾਂ ਦੇ ਉੱਤੇ ਜਿਹੜੇ ਕੰਸਲਟੈਂਟ ਲੱਖਾਂ ਰੁਪਏ ਚਾਰਜ ਕਰਦੇ ਆ, ਅਸੀਂ ਉਹ ਚੀਜ਼ ਨਹੀਂ ਹੋਣ ਦੇਣੀ। ਤੁਹਾਨੂੰ ਬਿਲਕੁਲ ਲੋਅਰ ਰੇਟਸ ਦੇ ਉੱਤੇ ਫਿਲਹਾਲ ਅਸੀਂ ਫ੍ਰੀ ਆਫ ਕਾਸਟ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ। ਸਾਡੀ ਐਕਸਪਰਟ ਟੀਮ, ਮੈਂ ਖੁਦ ਦੇਖ ਰਿਹਾ ਕੇਸਿਸ ਨੂੰ ਤੁਸੀਂ ਭੇਜ ਰਹੇ ਹੋ, ਡਾਕੂਮੈਂਟ ਨੂੰ ਮੈਂ ਖੁਦ ਅਸੈਸ ਕਰਦਾ ਪਿਆ, ਤੇ ਉਹ ਖੁਦ ਅਸੈਸਮੈਂਟ ਕਰਕੇ ਤੁਹਾਨੂੰ ਮੈਂ ਖੁਦ ਕਾਲਸ ਵੀ ਕਰ ਰਿਹਾ ਹਰੇਕ ਨੂੰ ਜਿਹਦੇ ਨਾਲ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ। ਹੁਣ ਵਾਰੀ ਆ ਗਈ ਇਸ ਵੇਲੇ ਜਿਹੜਾ ਆਇਲਸ ਦਾ ਸਕੋਰ ਹੈ, ਆਇਲਸ ਬਹੁਤ ਸਾਰੇ ਬੱਚੇ ਨਹੀਂ ਦੇ ਪਾ ਰਹੇ ਇਸ ਵੇਲੇ। ਜਿਹੜਾ ਨਾਰਮਲ ਕਾਲਜਸ ਯੂਨੀਵਰਸਿਟੀ ਨੂੰ ਪਰੇਸ਼ਾਨੀ ਆ ਰਹੀ ਹੈ ਕਿ ਓਵਰਆਲ ਈਚ 6 ਵਾਲੇ ਸਟੂਡੈਂਟ ਬਹੁਤ ਘੱਟ ਹੈ, ਤੇ ਉਹ ਸਟੂਡੈਂਟ ਜਿਹੜੇ ਓਵਰਆਲ 6 ਹੈਗੇ ਆ, 2 ਚੋਂ 5.5 ਆ, ਉਹ ਆਇਲਸ ਨਹੀਂ ਦੇ ਪਾ ਰਹੇ, ਉਹ ਆਇਲਸ ਰਿਪੀਟ ਨਹੀਂ ਕਰ ਪਾ ਰਹੇ। ਉਹਨਾਂ ਲਈ ਸੋਲੂਸ਼ਨ ਕੀ ਹੈਗਾ? ਬਹੁਤ ਸਾਰੇ ਬੱਚੇ ਆਇਲਸ ਨਹੀਂ ਦੇ ਪਾ ਰਹੇ ਜਿਨ੍ਹਾਂ ਦੇ ਕੋਲ ਆਇਲਸ ਹੈ ਹੀ ਨਹੀਂ ਹੈ ਜਾਂ ਬਹੁਤ ਘੱਟ ਸਕੋਰ ਸੀ, ਉਹਨਾਂ ਲਈ ਡੁਲਿੰਗੋ ਜਿਹੜਾ ਟੈਸਟ ਹੈਗਾ ਉਹ ਕੀ ਹੈ, ਉਹਦੇ ਬਾਰੇ ਤੁਹਾਡੇ ਨਾਲ ਛੋਟੀ ਡਿਸਕਸ਼ਨ ਕਰਾਂਗਾ, ਬਹੁਤੀ ਲੰਬੀ ਡਿਸਕਸ਼ਨ ਨਹੀਂ ਕਰਾਂਗਾ। ਡੁਲਿੰਗੋ ਦੀ ਇੱਕ ਸਾਡੀ ਵੀਡੀਓ ਸਾਡੇ ਜਿਹੜੇ ਮੈਨੇਜਰ ਮਿਸ ਮਨਦੀਪ ਕੌਰ ਨੇ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ, ਇੰਗਲਿਸ਼ ਵਰਜਨ ਵੀ ਹੈ ਉਹਦਾ, ਹਿੰਦੀ ਵਰਜਨ ਵੀ ਹੈਗਾ, ਕਿ ਪੰਜਾਬੀ ਵਰਜਨ ਵੀ ਹੈਗਾ, ਕਿ ਤੁਸੀਂ ਡੁਲਿੰਗੋ ਟੈਸਟ ਕੀ ਹੈਗਾ ਉਹਦਾ। ਡੁਲਿੰਗੋ ਇੱਕ ਲੈਂਗੁਏਜ ਟੈਸਟ ਹੈ, ਤੁਸੀਂ ਡੁਲਿੰਗੋ ਦੀ ਸਾਈਟ ਤੇ ਜਾ ਕੇ ਦੇਖੋਗੇ, ਉਹ ਦੁਨੀਆ ਦੀਆਂ ਸਾਰੀਆਂ ਲੈਂਗੁਏਜਸ ਸਿਖਾਉਂਦਾ, ਆਨਲਾਈਨ ਸਿਖਾਉਂਦਾ, ਤੇ ਉਹਦਾ ਟੈਸਟ ਲੈਂਦਾ, ਤੇ ਉਹਦੇ ਕੋਈ ਚਾਰਜਸ ਵੀ ਉਹਦੇ ਹੈਗੇ। ਡੁਲਿੰਗੋ ਨੂੰ ਤੁਸੀਂ ਆਇਲਸ ਨਾਲ ਕੰਪੇਅਰ ਨਹੀਂ ਕਰ ਸਕਦੇ। ਆਇਲਸ ਇਹਦਾ ਇੱਕ ਵੱਖਰਾ ਸਿਸਟਮ ਹੈਗਾ, ਪੀਟੀਈ ਦਾ ਇੱਕ ਵੱਖਰਾ ਸਿਸਟਮ ਹੈ। ਪੀਟੀਈ ਨੇ ਜਿਹੜੇ ਬਹੁਤ ਸਾਰੇ ਟੋਰਾਂਟੋ ਦੇ ਵਿੱਚ ਐਸੇ ਕਾਲਜਸ ਆ ਜਿਹੜੇ ਪੀਟੀਈ ਅਸੈਪਟ ਕਰਦੇ। ਪੀਟੀਈ ਨੇ ਜਿਹੜਾ ਮਈ 30 ਦਾ ਵੀ ਜਿਹੜਾ ਐਗਜ਼ਾਮ ਆ ਉਹ ਅਨਾਉਂਸ ਕਰਤਾ ਕਿ ਅਸੀਂ ਮਈ 30 ਦਾ ਐਗਜ਼ਾਮ ਲੈ ਰਹੇ ਹਾਂ, ਤੇ ਉਹ ਲੈਣਗੇ ਵੀ। ਇਸ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਐਗਜ਼ਾਮ ਹੈ ਮਈ 30 ਦੇ, ਉਹ ਉਹਨਾਂ ਨੇ ਅਨਾਉਂਸ ਕਰ ਦਿੱਤੇ ਹੋਏ ਆ। ਦਿੱਲੀ ਦੇ ਇਸ ਤੋਂ ਪਹਿਲਾਂ ਦੇ ਵੀ ਹੈਗੇ ਆ ਐਗਜ਼ਾਮ ਜਿਹੜੇ ਬੱਚੇ ਪੀਟੀ ਦੇਣਾ ਚਾਹੁੰਦੇ ਆ। ਡੁਲਿੰਗੋ ਜਿਹੜੇ ਬੱਚੇ ਦੇਣਾ ਚਾਹੁੰਦੇ ਆ, ਡੁਲਿੰਗੋ ਦਾ ਵਿੱਚ ਬਹੁਤ ਕੰਟਰੋਵਰਸੀ ਹੈ ਕਿ ਡੁਲਿੰਗੋ ਨੂੰ ਹਲੇ ਅੰਬੈਸੀ ਨੇ, ਕਿਉਂਕਿ ਇਹਨਾਂ ਦਿਨਾਂ 'ਚ ਹਾਈ ਕਮਿਸ਼ਨ ਬੰਦ ਸੀ, ਅੰਬੈਸੀ ਨੇ ਕੋਈ ਵੀ ਡੁਲਿੰਗੋ ਦੇ ਉੱਤੇ ਆਪਣੇ ਇਹ ਨਹੀਂ ਦਿੱਤਾ ਹੈਗਾ ਕਿ ਉਹ ਡੁਲਿੰਗੋ ਲੈ ਰਿਹਾ ਕਿ ਨਹੀਂ ਲੈ ਰਿਹਾ, ਕੋਈ ਉਹਦੇ ਤੇ ਇੱਕ ਵੀ ਅਪਡੇਸ਼ਨ ਨਹੀਂ ਹੈ ਡੁਲਿੰਗੋ ਨੂੰ ਲੈ ਕੇ। ਹਾਂ, ਬਟ ਕਾਲਜਸ ਡੁਲਿੰਗੋ ਲੈ ਰਹੇ ਆ। ਕਾਲਜਸ ਜਿਹੜੇ ਹੈਗੇ ਹੁਣ ਇੱਕ ਦੋ ਵੀਜ਼ਾ ਆਫਿਸਰਸ ਜਿਹੜੇ ਐਕਸ ਵੀਜ਼ਾ ਆਫਿਸਰ ਨੇ ਇਹਦੇ ਉੱਤੇ ਰਿਐਕਸ਼ਨ ਦਿੱਤੇ, ਮੈਂ ਉਹ ਵੀ ਪੜ੍ਹੇ ਆ, ਜਿਹੜੇ ਟਵੀਟ ਕੀਤੇ ਹੋਏ ਆ। ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ ਡੁਲਿੰਗੋ ਦਾ ਕੋਈ ਲੈਣਾ ਦੇਣਾ ਨਹੀਂ ਹੈ ਇੰਗਲਿਸ਼ ਦੀ ਐਬਿਲਿਟੀ ਦਾ। ਉਹ ਜਿਹੜੇ ਜਦੋਂ ਅੰਬੈਸੀ ਐਸਡੀਐਸ ਜਦੋਂ ਅਸੀਂ ਦੇਖਦੇ ਹਾਂ, ਤੇ ਐਸਡੀਐਸ ਜਿਹੜਾ ਹੈਗਾ ਉਹ 6 'ਚ ਉਹਨਾਂ ਨੇ ਆਇਲਸ ਲਿਖੇ ਹੋਏ ਆ, ਇਕੁਇਵਲੈਂਟ ਪੀਟੀ, ਇਕੁਇਵਲੈਂਟ ਟੋਫਲ, ਜਿਹੜਾ ਇਕੁਇਵਲੈਂਟ ਸੈਲਪਿਪ। ਬਟ ਜਦੋਂ ਅਸੀਂ ਗੱਲ ਕਰਦੇ ਹਾਂ ਨੌਨ ਐਸਡੀਐਸ ਕੇਸਿਸ ਨੂੰ ਲੈ ਕੇ, ਨੌਨ ਐਸਡੀਐਸ ਕੇਸਿਸ ਨੂੰ ਅਸੀਂ ਲੈ ਕੇ ਚੱਲਦੇ ਹਾਂ, ਉਦੋਂ ਹੁਣ ਜਿਹੜੇ ਓਵਰਆਲ 6 ਆ, 2 ਚੋਂ 5.5 ਕੇਸ ਉਹ ਵੀ ਇਹਦੇ ਵਿੱਚ ਹੀ ਆ ਜਾਂਦੇ ਆ। 2 ਚੋਂ 5.5 ਵਾਲੇ ਜਿਹੜੇ ਬੱਚੇ ਹੈਗੇ ਉਹ ਇਸ ਗੱਲ ਨੂੰ ਧਿਆਨ ਦੇ ਨਾਲ ਸੁਣਨ, ਉਹਨਾਂ ਨੂੰ ਕਿਉਂ ਅਪਲਾਈ ਕਰਨਾ ਚਾਹੀਦਾ, ਕੀ ਉਹਨਾਂ ਦੇ ਵਿੱਚ ਇਸ ਵੇਲੇ ਬੈਨੀਫਿਟ ਉਹਨਾਂ ਨੂੰ ਮਿਲਣ ਵਾਲਾ ਹੈਗਾ। ਦੋਸਤੋ, ਸਾਰਿਆਂ ਨੂੰ ਪਤਾ ਕੋਵਿਡ ਕਰਕੇ ਸਾਰੇ ਐਗਜ਼ਾਮ ਕੈਂਸਲ ਹੈਗੇ ਆ, ਔਰ ਅਗਲੇ ਆਉਣ ਵਾਲੇ ਦਿਨਾਂ 'ਚ ਵੱਡੇ ਰਸ਼ ਜਿਹੜੇ ਆਇਲਸ ਦੇ ਵਿੱਚ ਅਸੀਂ ਦੇਖਦੇ ਸੀਗੇ ਕਿ ਇੱਕ ਐਗਜ਼ਾਮ ਦੇ ਵਿੱਚ ਹਜ਼ਾਰ ਬੱਚਾ ਬੈਠਦਾ ਸੀ, ਹੁਣ ਉਹ ਰਸ਼ ਨਹੀਂ ਪੈਣੇ। ਦੋਸਤੋ, ਜਿਹੜੇ ਕਾਲਜ ਯੂਨੀਵਰਸਿਟੀਜ਼ ਵੀ ਹੈਗੀਆਂ ਉਹਦੇ ਵਿੱਚ ਵੀ ਉਹਨਾਂ ਨੂੰ ਕਪੈਸਿਟੀ, ਅਗਰ ਜਿਹੜੇ ਕਾਲਜ ਕੈਨੇਡਾ ਦੇ ਵਿੱਚ ਖੁੱਲਣਗੇ ਜਾਂ ਯੂਕੇ ਖੁੱਲਣਗੇ, ਉਹਨਾਂ ਦੀ ਜਿਹੜੀ ਕਪੈਸਿਟੀ ਹੈ ਉਹ 40% ਦੇ ਆਸ-ਪਾਸ ਰਹੇਗੀ। ਜਿੱਥੇ ਸੀਟਾਂ 2000 ਸੀ ਉਹ 400 ਸੀਟਾਂ ਹੀ ਭਰਨਗੇ ਉਹਨਾਂ ਨੇ, ਇਸ ਤੋਂ ਜ਼ਿਆਦਾ ਸੀਟਾਂ ਨਹੀਂ ਭਰਨੀਆਂ। ਸੋ ਅਗਰ ਤੁਸੀਂ ਲੈਸ ਬੈਂਡ ਦੇ ਨਾਲ, ਹਰਨਿਤ ਓਵਰਸੀਜ਼ ਤੁਹਾਨੂੰ ਆਪਸ਼ਨ ਦੇ ਰਿਹਾ ਕਿ ਓਵਰਆਲ 6 2 ਚੋਂ 5.5 ਦੇ ਵਿੱਚ ਤੁਹਾਨੂੰ ਗਵਰਨਮੈਂਟ ਇੰਸਟੀਚਿਊਟ ਅਸੀਂ ਦੇਵਾਂਗੇ। ਟੋਰਾਂਟੋ, ਬਰੈਂਪਟਨ, ਵੈਨਕੂਵਰ ਵਾਲੀ ਸਾਈਡ ਤੇ, ਕੈਲੇਡੋਨੀਆ ਵਾਲੀ ਸਾਈਡ ਤੇ ਸਾਡੇ ਕੋਲ ਆਪਸ਼ਨਸ ਹੈਗੀਆਂ, ਯੂਨੀਵਰਸਿਟੀਜ਼ ਹੈਗੀਆਂ। ਓਵਰਆਲ 6 2 ਚੋਂ 5.5 ਦੇ ਨਾਲ ਤੁਹਾਨੂੰ ਐਡਮਿਸ਼ਨ ਦੇ ਸਕਦੇ। ਹੁਣ ਬਹੁਤ ਸਾਰੇ ਬੱਚੇ ਇਹਦੇ ਵਿੱਚ ਆਲਰੇਡੀ ਸਾਡੇ ਕੋਲ ਅਪਲਾਈ ਕਰ ਚੁੱਕੇ ਆ। ਕੁਝ ਸੀਟਾਂ ਬਚੀਆਂ, ਇਹ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਕਿ ਇਸ ਚੀਜ਼ ਨੂੰ ਖਤਮ ਕਰਕੇ ਤੇ ਅਗਲੇ ਅਸੀਂ ਚੱਲੀਏ, ਅਗਲੇ ਹੋਰ ਜਿਹੜੇ ਕਾਲਜਸ ਨੂੰ ਪ੍ਰਮੋਟ ਕਰੀਏ ਜਿਹੜੇ 6 ਸੀਟਸ ਦੇ ਨਾਲ ਹੀ ਲੈਂਦੇ ਆ। ਇਸ ਵੇਲੇ ਲੈਂਪਟਨ ਨੇ ਵੀ ਆਪਣੀਆਂ ਸੀਟਾਂ ਕੁਝ ਓਪਨ ਕੀਤੀਆਂ ਹੋਈਆਂ ਸਪਟੈਂਬਰ ਇਨਟੇਕ ਲਈ 6 ਸੀਟਸ ਦੇ ਨਾਲ। ਹੋਰ ਵੀ ਬਹੁਤ ਸਾਰੇ ਕਾਲਜਸ ਹੈਗੇ ਜਿਹੜੇ 6 ਸੀਟਸ ਨਾਲ ਲੈ ਰਹੇ ਆ। ਪੀਟੀ ਅਸੈਪਟ ਕਰ ਰਹੇ ਆ ਟੋਰਾਂਟੋ ਦੇ ਵਿੱਚ ਕਾਲਜਸ, ਜਿਹੜੇ ਜਾਰਜ ਬਰਾਊਨ ਵਰਗੇ ਆ, ਕੈਨੇਸਟੋਗਾ ਵਾਲੇ ਕਾਲਜ ਹੈਗੇ ਆ, ਪੀਟੀ ਦੇ ਨਾਲ ਅਸੈਪਟੈਂਸ ਤੁਹਾਨੂੰ ਦੇ ਰਹੇ ਆ। ਸੋ ਇਸ ਵੇਲੇ ਕੋਈ ਪਰੇਸ਼ਾਨੀ ਕੈਨੇਡਾ ਦੇ ਵਿੱਚ ਤੁਹਾਨੂੰ ਇਸ ਤਰੀਕੇ ਨਾਲ ਨਹੀਂ ਆ ਰਹੀ। ਫਿਰ ਵੀ ਮੈਂ ਦੇਖਦਾ ਪਿਆ ਕਈ ਮੇਰੇ ਪੇਰੈਂਟਸ ਦੇ ਨਾਲ ਡਾਇਰੈਕਟ ਗੱਲ ਹੋ ਰਹੀ ਹੈ, ਉਹਨਾਂ ਲਈ ਇਹ ਲਾਈਵ ਜਿਹੜਾ ਸ਼ੋਅ ਆ ਉਹਨਾਂ ਲਈ ਖਾਸ ਹੈ ਕਿ ਜਦੋਂ ਤੁਸੀਂ ਡਰ ਕਿਉਂ ਰਹੇ ਹੋ, ਤੁਹਾਨੂੰ ਇਹ ਕਿਉਂ ਲੱਗਦਾ ਪਿਆ ਕਿ ਇਹਨਾਂ ਦੀ ਅਸੈਪਟੈਂਸ ਹੋਣੀ ਨਹੀਂ ਹੈ, ਕਦੇ ਇਹਨਾਂ ਦਾ ਵੀਜ਼ਾ ਨਹੀਂ ਆਉਣਾ। ਹੁਣ ਮੈਂ
ਇਸ ਤੋਂ ਅੱਗੇ ਆ ਜਾਣਾ, ਕਾਲਜਸ ਐਡਮਿਸ਼ਨ ਦੇ ਰਹੇ ਆ। ਕਾਲਜਸ ਦੀ ਐਡਮਿਸ਼ਨ ਅਸੀਂ ਪਹਿਲੀ ਗੱਲ ਤੇ ਕਾਲਜਸ ਦੇ ਕੋਲ ਜਿਹੜਾ ਕਪੈਸਿਟੀ ਹੈ ਉਹ ਘੱਟ ਹੈ। ਕਾਲਜਸ 100% ਕਪੈਸਿਟੀ ਤੇ ਇਸ ਵੇਲੇ ਰਨ ਹੋਣਾ ਹੀ ਨਹੀਂ ਹੈ। ਉਹਨਾਂ ਨੇ 100% ਸੀਟ ਭਰ ਹੀ ਨਹੀਂ ਪਾਣੀਆਂ। ਉਹਨਾਂ ਨੂੰ ਜਿਹੜੀ ਪਿੱਛੋਂ ਗਾਈਡਲਾਈਨਸ ਹੀ ਹੈਗੀਆਂ 40% ਸੀਟਸ ਦੇ ਨਾਲ ਉਹਨਾਂ ਨੇ ਕੰਮ ਚਲਾਉਣਾ, ਚਾਹੇ ਉਹ ਕੈਨੇਡਾ ਹੈਗਾ, ਚਾਹੇ ਆਲ ਓਵਰ ਵਰਲਡ ਜਿੰਨੇ ਵੀ ਕਾਲਜਸ ਹੈਗੇ ਆ। ਹੱਲੇ ਕਿ ਆਪਾਂ ਪੰਜਾਬ ਦੇ ਵਿੱਚ ਦੇਖਦੇ ਪਏ ਕਿ ਇਹ ਸਾਡੇ ਕਾਲਜਸ ਯੂਨੀਵਰਸਿਟੀਜ਼ ਖੁੱਲ੍ਹੀਆਂ ਨਹੀਂ ਹੈ, ਸਕੂਲਸ ਵੀ ਖੁੱਲ੍ਹੇ ਨਹੀਂ ਹੈਗੇ ਤੇ ਇਹਨਾਂ ਨੇ ਅਗਸਤ ਤੱਕ ਬੰਦ ਹੀ ਕੀਤੇ ਹੋਏ। ਇਸ ਤੋਂ ਬਾਅਦ 'ਚੋਂ ਵੀ ਕਿੱਦਾਂ ਖੁੱਲ੍ਹਣੇ ਹੱਲੇ ਪਤਾ ਨਹੀਂ ਹੈ। ਇਹ ਸਾਲ ਬੱਚਿਆਂ ਦਾ ਸਾਰਾ ਖਰਾਬ ਹੋ ਜਾਣਾ। ਹੁਣ ਜਦੋਂ ਅੱਗੇ ਅਸੀਂ ਗੱਲ ਕਰਦੇ ਪਏ ਹਾਂ ਕਿ ਕੈਨੇਡਾ ਦੇ ਵਿੱਚ ਵੀ 40% ਸੀਟਸ ਦੇ ਨਾਲ ਹੀ ਖੁੱਲ੍ਹਣੇ ਆ ਸਾਰੇ ਕਾਲਜਸ, ਜਿਹੜੇ ਸੈਪਟੈਂਬਰ ਇਨਟੇਕ ਨੂੰ 40% ਸੀਟਸ ਹੀ ਲੈ ਰਹੇ, ਜਿਹੜਾ ਕਿ ਸੈਪਟੈਂਬਰ ਇਨਟੇਕ ਬਹੁਤ ਵੱਡਾ ਇਨਟੇਕ ਅਸੀਂ ਸਾਰੇ ਕਹਿੰਦੇ ਸੀਗੇ ਕਿ ਸਭ ਤੋਂ ਵੱਡਾ ਇਨਟੇਕ ਹੁੰਦਾ। ਜਿਹੜੇ ਬੱਚੇ ਹੁਣ ਇਸ ਇਨਟੇਕ ਨੂੰ ਮਿਸ ਕਰ ਜਾਣਗੇ ਉਸ ਬੱਚਿਆਂ ਨੂੰ ਅੱਗੇ ਆ ਕੇ ਪਛਤਾਵਾ ਹੋਏਗਾ। ਕਿਉਂ? ਜਦੋਂ ਹਾਈ ਕਮਿਸ਼ਨ ਤੁਹਾਨੂੰ ਅਨਾਉਂਸ ਹੋ ਗਏ, ਅੱਜ ਕਰਫਿਊ ਖੁੱਲ੍ਹਣ ਦਾ ਅਨਾਉਂਸਮੈਂਟ ਹੋ ਗਿਆ ਸੀਗਾ ਤੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੈਰੀ ਫਿਊ ਡੇਜ਼ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਅਨਾਉਂਸਮੈਂਟ ਹੋ ਜਾਏਗੀ ਕਿ ਹਾਈ ਕਮਿਸ਼ਨਸ ਖੁੱਲ੍ਹ ਰਹੇ ਆ, VFS ਖੁੱਲ੍ਹ ਰਹੇ ਆ, ਹਰ ਚੀਜ਼ ਨਾਰਮਲ ਹੋ ਜਾਏਗੀ। ਅਪਾਇੰਟਮੈਂਟਸ ਜਿਹੜਾ ਸਿਸਟਮ ਹੋਏਗਾ ਉਹ ਬਹੁਤ ਘੱਟ ਹੋਏਗਾ। ਜਿਹੜੇ ਬੱਚਿਆਂ ਦੇ ਬਾਇਓਮੈਟ੍ਰਿਕਸ ਹੋਣੇ ਆ ਹੱਲੇ, ਜਿਨ੍ਹਾਂ ਦੇ ਮੈਡੀਕਲਸ ਹੋਣੇ ਆ ਹੱਲੇ, ਉਹ ਧਿਆਨ ਰੱਖੋ ਕਿ ਹੁਣ ਜਿਹੜੀ ਅਪਾਇੰਟਮੈਂਟ ਮੈਡੀਕਲ ਦੀ ਜਾਂ ਬਾਇਓਮੈਟ੍ਰਿਕ ਦੀ ਮਿਲਣੀ ਆ ਅਗਲੇ ਆਉਣ ਵਾਲੇ ਦਿਨਾਂ 'ਚ, ਉਹ 2-2 ਮਹੀਨੇ ਬਾਅਦ ਦੀ ਮਿਲਿਆ ਕਰਨੀ, ਕਿਉਂਕਿ ਹੁਣ ਉੱਥੇ ਰਸ਼ ਨਹੀਂ ਪਿਆ ਕਰਨਾ। ਪਹਿਲਾਂ ਅਸੀਂ ਦੇਖੇ ਚੰਡੀਗੜ੍ਹ ਦੇ ਵਿੱਚ ਕਿਲੋਮੀਟਰ ਦੀ ਲਾਈਨ ਲੱਗਦੀ ਹੁੰਦੀ ਸੀਗੀ ਜਦੋਂ ਬਾਇਓਮੈਟ੍ਰਿਕ ਉਹਨਾਂ ਦੇ ਲੈਣੇ ਸੀਗੇ, ਬਟ ਹੁਣ ਉਹ ਚੀਜ਼ ਨਹੀਂ ਹੋਣੀ। ਹੁਣ ਜਿਹੜਾ ਸਿਸਟਮ ਇਹ ਹੋਏਗਾ ਕਿ ਰੋਜ਼ ਦੀਆਂ 50 ਜਾਂ 60 ਉਹਨਾਂ ਦੀਆਂ ਜਿਹੜੀਆਂ ਅਪਾਇੰਟਮੈਂਟਸ ਉਹੀ ਮਿਲਿਆ ਕਰਨਗੀਆਂ, ਈਵਨ ਚਾਹੇ ਉਹ ਤੁਹਾਡੀ ਡਾਕਟਰੀ ਹੋਣੀ ਹੈ, ਮੈਡੀਕਲ ਹੋਣਾ ਜਿਹਨੂੰ ਕਹਿੰਦੇ ਆ, ਜਾਂ ਤੁਹਾਡੇ ਉੱਥੇ ਫਿੰਗਰਪ੍ਰਿੰਟ ਜਿਹਨੂੰ ਬਾਇਓਮੈਟ੍ਰਿਕ ਕਹਿੰਦੇ ਆ ਉਹ ਹੋਣੇ ਆ। ਇਹਨਾਂ ਤੋਂ ਬਿਨਾਂ ਤੁਹਾਨੂੰ ਪਤਾ ਕਿ ਤੁਸੀਂ ਫਾਈਲ ਨਹੀਂ ਲਾ ਸਕਦੇ। ਇਸੇ ਤਰੀਕੇ ਜਿਹੜੇ ਬੱਚਿਆਂ ਨੂੰ ਹੁਣ ਆਪਸ਼ਨ ਮਿਲਦੀ ਪਈ ਆ ਉਹਨਾਂ ਨੂੰ ਲੈ ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ 'ਚ ਹੁਣ ਵਾਰੀ ਆਉਂਦੀ ਕਿ ਵੀਜ਼ਾ ਆਏਗਾ ਕਿ ਨਹੀਂ ਆਏਗਾ। ਜਦੋਂ ਅਸੀਂ ਵੀਜ਼ੇ ਦੀ ਗੱਲ ਕਰਦੇ ਹਾਂ, ਹੁਣ ਬਹੁਤ ਸਾਰੇ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਇਸ ਵੇਲੇ ਕਿਉਂ ਗਵਰਨਮੈਂਟ ਕਾਲਜਸ ਓਵਰਆਲ 6-5.5 ਲੈ ਰਹੇ ਆ, ਕਿਉਂਕਿ ਸੀਟਸ ਘੱਟ ਹੈ, ਬੱਚੇ ਨਹੀਂ ਹੈਗੇ, ਬੱਚਿਆਂ ਕੋਲ ਆਪਸ਼ਨ ਨਹੀਂ ਹੈ ਆਇਲਸ ਦਾ ਐਗਜ਼ਾਮ ਦੇਣ ਦੇ ਲਈ। ਡੋਲਿੰਗੋ ਕਿਉਂ ਲੈ ਰਹੇ ਆ ਕਾਲਜਸ ਯੂਨੀਵਰਸਿਟੀਜ਼? ਇਸੇ ਕਰਕੇ ਲੈ ਰਹੇ ਆ ਕਿ ਉਹਨਾਂ ਦੀ ਹਾਈ ਕਮਿਸ਼ਨ ਦੇ ਨਾਲ ਕਿਸੇ ਨਾ ਕਿਸੇ ਲੈਵਲ ਤੇ ਉਹਨਾਂ ਦੀ ਗੱਲ ਹੋਈ ਹੈ। ਓਫੀਸ਼ੀਅਲੀ ਇਹਦੇ ਅਨਾਉਂਸਮੈਂਟ ਨਹੀਂ ਹੈਗੀ, ਪਰ ਕਿਤੇ ਨਾ ਕਿਤੇ ਗਾਈਡਲਾਈਨਸ ਕਾਲਜਸ ਨੂੰ ਗਈਆਂ ਕਿ ਤੁਸੀਂ ਡੋਲਿੰਗੋ ਜਿਹੜਾ ਹੈਗਾ ਉਹਨੂੰ ਅਸੈਪਟ ਕਰ ਲਓ, ਅਸੀਂ ਵੀਜ਼ਾਸ ਦਿਆਂਗੇ ਸ਼ੁਰੂ ਦੇ ਵਿੱਚ। ਜਿਹੜੇ ਬੱਚੇ ਇਸ ਚੀਜ਼ ਨੂੰ ਗ੍ਰਾਸਪ ਕਰ ਲੈਣਗੇ, ਜਿਹੜੇ ਇਸ ਚੀਜ਼ ਨੂੰ, ਇਸ ਓਪਰਚੁਨਿਟੀ ਨੂੰ ਅਸੈਪਟ ਕਰ ਲੈਣਗੇ, ਉਹਨਾਂ ਦਾ ਇਹ ਵੀਜ਼ਾ ਆਏਗਾ, ਚਾਹੇ ਉਹਨਾਂ ਦੀਆਂ 1 ਰਿਫਿਊਜ਼ਲ ਹੈ, ਚਾਹੇ ਪਹਿਲਾਂ 2 ਰਿਫਿਊਜ਼ਲਸ ਹੈ। ਹੁਣ ਜਿਹਨਾਂ ਦੀਆਂ ਪਹਿਲਾਂ ਰਿਫਿਊਜ਼ਲਸ ਹੈ ਉਹਨਾਂ ਨੂੰ ਇਹਦਾ ਬੈਨੀਫਿਟ ਕੀ ਹੋਏਗਾ? ਉਹਨਾਂ ਦੇ ਬਾਇਓਮੈਟ੍ਰਿਕ ਆਲਰੇਡੀ ਹੋ ਚੁੱਕੇ ਆ, ਮੈਡੀਕਲ ਅਗਰ ਉਹਨਾਂ ਦਾ ਰੀਸੈਂਟ ਹੋਇਆ ਤੇ ਉਹਨਾਂ ਨੂੰ ਉਹਦਾ ਬੈਨੀਫਿਟ ਮਿਲੇਗਾ। ਸੋ ਜਿਹੜੇ ਬੱਚਿਆਂ ਦੇ ਇਹ ਮੈਡੀਕਲ ਤੇ ਅਗਰ ਰਿਫਿਊਜ਼ਲਸ ਹੈ ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਮੈਂ ਦੇਖਿਆ ਬੱਚੇ ਬਹੁਤ ਘਬਰਾ ਰਹੇ ਆ ਕਿ ਸਰ ਪਹਿਲਾਂ ਕੇਸ ਰਿਫਿਊਜ਼ ਹੋ ਗਿਆ ਸੀ, ਹੁਣ ਪਤਾ ਨਹੀਂ ਵੀਜ਼ਾ ਆਏਗਾ ਕਿ ਨਹੀਂ ਆਏਗਾ। ਪਹਿਲਾਂ ਅੰਬੈਸੀ ਨੇ ਲਿਖਤਾ ਸੀਗਾ ਕਿ ਤੁਹਾਡੇ ਜਿਹੜੀ ਲੈਂਗੁਏਜ ਐਬਿਲਿਟੀ ਆ ਉਹ ਘੱਟ ਹੈ, ਹੁਣ ਕਿੱਦਾਂ ਲੈਂਗੁਏਜ ਐਬਿਲਿਟੀ ਨੂੰ ਹੋਏ? ਇਹ ਕੁਐਸਚਨ ਦਾ ਆਨਸਰ ਜਦੋਂ ਮੈਂ ਤੁਹਾਨੂੰ ਦੇਣ ਲੱਗਾ ਉਹ ਇਹੋ ਹੀ ਦੇਣ ਲੱਗਾ ਕਿ ਸਿਨੈਰੀਓ ਚੇਂਜ ਹੋ ਗਿਆ, ਸਿਚੁਏਸ਼ਨਸ ਚੇਂਜ ਹੋ ਗਈਆਂ। ਇਹ ਸਿਚੁਏਸ਼ਨ ਕਦੀ ਵੀ ਨਹੀਂ ਦੇਖਿਆ ਸੀ ਅਸੀਂ ਜੋ ਜ਼ਿੰਦਗੀ ਦੇ ਵਿੱਚ ਹੋ ਚੁੱਕਾ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ 2016-17 ਦੇ ਵਿੱਚ 5.5 ਓਵਰਆਲ ਦੇ ਨਾਲ ਵੀ ਬੱਚੇ ਗਏ ਆ, 5 ਬੈਂਡ ਨਾਲ ਵੀ ਬੱਚੇ ਗਏ ਆ, ਵਿਦਆਊਟ ਆਇਲਸ ਵੀ ਬੱਚੇ ਗਏ ਆ। ਹੁਣ ਉਹੀ ਕੈਨੇਡਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬੱਚਿਆਂ ਦੇ 2-2 3-3 ਰਿਫਿਊਜ਼ਲਸ ਹੈਗੀਆਂ, ਜਿਹੜੇ ਬੱਚਿਆਂ ਦੇ ਓਵਰਆਲ 6 ਆ, 5.5 ਤੋਂ 2 ਜੋ ਬੈਂਡ ਹੈਗੇ ਆ, ਉਹਨਾਂ ਨੂੰ ਵੀਜ਼ਾ ਮਿਲਣਗੇ। ਇਹ ਜਿਹੜੀ ਹੈਗੀ ਹੈ ਪ੍ਰੈਡਿਕਸ਼ਨ ਮੇਰੀ ਨੋਟ ਕਰ ਲਓ ਅੱਜ, ਇਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ। ਹੁਣ ਇਹਦੇ ਵਿੱਚ ਇਹ ਤੁਹਾਨੂੰ ਕਹਿ ਦੇ, ਕੋਈ ਕੰਸਲਟੈਂਟ ਕਹਿ ਦੇਵੇ ਕਿ ਅਸੀਂ ਵੀਜ਼ੇ ਲਵਾਤੇ ਤੁਹਾਡੇ, ਉਹ ਕਿਸੇ ਦੇ ਹੱਥ ਨਹੀਂ ਹੈਗਾ। ਇਹ ਅੰਬੈਸੀ ਲੀਨੀਐਂਟ ਹੋਏਗੀ, ਅੰਬੈਸੀ ਲੀਨੀਐਂਸੀ ਦੇ ਨਾਲ ਵੀਜ਼ਾ ਦੇਗੀ ਜਿੱਦਣ ਅੰਬੈਸੀ ਖੁੱਲ ਜਾਏਗੀ। ਬਟ ਇਹਦੀ ਹੁਣ ਓਪਰਚੁਨਿਟੀ ਕਿਹਨੇ ਲੈਣੀ? ਬੱਚੇ ਨੇ। ਇਹ ਉਹੀ ਓਪਰਚੁਨਿਟੀ ਲੈ ਪਾਏਗਾ ਜਿਹੜਾ ਇਸ ਚੀਜ਼ ਦੇ ਵਿੱਚ ਟਰਸਟ ਕਰੇਗਾ, ਜਿਹੜਾ ਇਸ ਚੀਜ਼ ਦੇ ਵਿੱਚ ਅੱਗੇ ਹੋ ਕੇ ਵਧੇਗਾ। ਸੀਟਾਂ ਸਾਡੇ ਕੋਲ ਜਿਹੜੀਆਂ ਓਵਰਆਲ 6-2 ਚੋਂ 5.5 ਦੇ ਨਾਲ ਬਹੁਤ ਭਰ ਚੁੱਕੀਆਂ, ਕੁਝ ਸੀਟਾਂ ਰਹਿ ਗਈਆਂ। ਜਿਹੜੇ ਬੱਚੇ ਹੁਣ ਵੀ ਅਗਰ ਇਹਦੇ ਵਿੱਚ ਸਾਡੇ ਕੋਲ ਆਉਣਾ ਚਾਹੁੰਦੇ ਆ ਤੇ ਅਸੀਂ ਫ੍ਰੀ ਆਫ ਕਾਸਟ ਇਹਦੀ ਤੁਹਾਨੂੰ ਸਰਵਿਸਿਜ਼ ਦੇ ਰਹੇ ਹਾਂ। ਫ੍ਰੀ ਆਫ ਕਾਸਟ ਦਾ ਮਤਲਬ ਕਿ ਆਫਰ ਲੈਟਰ ਦੀ ਫੀਸ ਤੁਸੀਂ ਦੇਣੀ ਜਸਟ ਸਾਨੂੰ, ਤੇ ਅਸੀਂ ਤੁਹਾਨੂੰ ਜਿਹੜੀ ਹੈਗੀ ਹੈ ਆਫਰ ਲੈਟਰ ਹਫਤੇ 10 ਦਿਨ ਦੇ ਵਿੱਚ ਇਹਨਾਂ ਕਾਲਜਸ 'ਚ ਮੰਗਾ ਦਿੰਦੇ। ਤੁਸੀਂ ਆਨਲਾਈਨ ਸਾਡੇ ਕਾਉਂਸਲਿੰਗ ਹੋ ਰਹੀ ਹੈ, ਤੁਸੀਂ ਡਾਕੂਮੈਂਟ ਸਾਨੂੰ ਫੋਨ ਕਰੋ, ਸਾਨੂੰ ਈਮੇਲ ਕਰੋ, ਈਮੇਲ ਆਈਡੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਸੀਂ। ਤੁਸੀਂ ਇਸ ਈਮੇਲ ਤੋਂ ਬਾਅਦ 'ਚੋਂ ਮੇਰੇ ਨਾਲ ਪਰਸਨਲੀ ਤੁਹਾਡੀ ਕਾਲਸ ਹੋ ਸਕਦੀ ਹੈ, ਤੁਹਾਨੂੰ ਕਾਲਜ ਦਾ ਕੋਰਸ ਸਭ ਕੁਝ ਤੁਹਾਨੂੰ ਆਨਲਾਈਨ ਕਾਉਂਸਲਿੰਗ 'ਤੇ ਦੱਸਿਆ ਜਾਏਗਾ। ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਇੱਦਾਂ ਦੇ ਵੀ ਕਾਲਜਸ ਹੁਣ ਆ ਗਏ ਆ ਜਿਹਨਾਂ ਦੀ ਫੀਸ 2-2 ਲੱਖ ਰੁਪਇਆ ਸਾਲ ਦੀ ਵੀ ਹੈਗੀ ਹੈ। ਕੈਨ ਯੂ ਇਮੇਜਿਨ 2 ਲੱਖ ਰੁਪਏ ਸਾਲ ਦੀ ਫੀਸ ਵਾਲੇ ਕਾਲਜਸ ਵੀ ਆ ਗਏ ਆ। ਬਹੁਤ ਸਾਰੇ ਕੰਸਲਟੈਂਟ। ਹੁਣ ਇੱਥੇ ਵਿੱਚ ਇੱਕ ਚੀਜ਼ ਆ ਜਾਂਦੀ ਹੈ, ਜਦੋਂ ਮੈਂ ਤੁਹਾਨੂੰ ਗੱਲ ਕਰਦਾ ਕਿ ਮੇਰਾ ਇੱਕ ਮੋਟਿਵ ਹੈ ਕਿ ਤੁਹਾਨੂੰ ਜਿਹੜਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਬਹੁਤ ਨੁਕਸਾਨ ਸਾਡਾ ਆਲਰੇਡੀ ਹੋ ਚੁੱਕਾ ਜਿਹੜਾ ਲੋਕਡਾਊਨ ਕਰਕੇ, ਤੇ ਮੈਂ ਹੋਰ ਨੁਕਸਾਨ ਤੁਹਾਡਾ ਕਿਸੇ ਤਰੀਕੇ ਨਾਲ ਵੀ ਨਹੀਂ ਹੋਣ ਦਊਂਗਾ। ਹੁਣ ਬੱਚੇ ਕਹਿੰਦੇ ਆ ਕਿ ਫੀਸ ਅਸੀਂ ਵੀਜ਼ੇ ਤੋਂ ਬਾਅਦ 'ਚੋਂ ਦੇਣੀ ਆ, ਪੈਕੇਜ ਕਰਨਾ।
ਪੈਕੇਜ ਨਹੀਂ ਕਰਨਾ ਚਾਹੀਦਾ। ਉਹਦਾ ਕਾਰਨ ਕੀ ਹੈ? ਪੈਕੇਜ ਕਰਨ ਲਈ ਅਗਰ ਇੱਕ ਬੱਚੇ ਨੂੰ ਲੱਗਦਾ ਕਿ ਕੋਈ ਵੀ ਏਜੰਟ ਹੈ, ਪਹਿਲੀ ਗੱਲ ਤੇ ਤੁਹਾਨੂੰ ਜਦੋਂ ਪੈਕੇਜ ਕਰਦੇ ਹੋ ਤੁਹਾਨੂੰ ਏਜੰਟ ਕਾਲਜ ਦਾ ਦੱਸਦਾ ਹੀ ਨਹੀਂ ਹੈ ਕਿ ਕਾਲਜ ਕਿਹੜਾ ਭੇਜਣਾ। ਏਜੰਟ ਤੁਹਾਨੂੰ ਇਹ ਕਾਲਜ ਅਗਰ ਕੋਈ ਦੱਸ ਵੀ ਦਿੰਦਾ ਤੇ ਉਹ ਕਾਲਜ ਉਹ ਕਰਨਗੇ ਜਿੱਥੇ ਫੀਸ ਵੈਸੇ ਵੀਜ਼ੇ ਤੋਂ ਬਾਅਦ ਚ ਜਾਂਦੀ। ਕੀ ਉਹ ਕਾਲਜ ਗਵਰਨਮੈਂਟ ਹੈਗਾ? ਕੀ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਰਿਹਾ ਉਹ ਕਾਲਜ? ਔਰ ਈਵਨ ਕਿ ਜਦੋਂ ਫੀਸ ਆਫਟਰ ਵੀਜ਼ਾ ਹੁੰਦੀ ਆ ਤੇ ਜਿਹੜੀ ਕਾਲਜ ਦੀ ਫੀਸ 7-8 ਲੱਖ ਰੁਪਇਆ ਹੁੰਦੀ ਜਾਂ 5 ਲੱਖ ਰੁਪਇਆ ਹੁੰਦੀ, ਤੁਹਾਡੇ ਕੋਲੋਂ 10-12 ਲੱਖ ਰੁਪਇਆ ਲੈ ਜਾਂਦਾ। 5-6 ਲੱਖ ਰੁਪਇਆ ਐਕਸਟਰਾ ਕਿਸ ਚੀਜ਼ ਦਾ ਦੇਣਾ ਤੁਸੀਂ? ਜਦੋਂ ਅਸੀਂ ਤੁਹਾਨੂੰ ਬੈਠ ਕੇ ਇਹ ਪ੍ਰੋਮਿਸ ਕਰਦੇ ਪਏ ਹਾਂ ਕਿ ਜਿਹੜੀ ਤੁਹਾਡੀ ਕਾਲਜ ਦੀ ਫੀਸ ਜਾਏਗੀ, ਜਿਹੜੀ ਤੁਹਾਡੀ GIC ਦੀ ਫੀਸ ਜਾਏਗੀ, ਉਹ ਸਾਡੀ ਗਰੰਟੀ ਹੈ ਤੁਹਾਨੂੰ 100% ਵਾਪਸ ਆਏਗੀ। 100% ਦਾ ਮਤਲਬ ਹੈ ਜੋ ਉਹ ਕਟਿੰਗ ਥੋੜੀ ਬਹੁਤੀ ਕਰਨਗੇ। ਇਹ ਨਹੀਂ ਹੋਏਗਾ ਕਿ ਤੁਸੀਂ 8 ਲੱਖ ਭੇਜਿਆ ਤੇ ਤੁਹਾਨੂੰ 5 ਲੱਖ ਵਾਪਸ ਆਇਆ, ਇਦਾਂ ਕਦੀ ਨਹੀਂ ਹੋਏਗਾ। ਜਾਂ ਇਹ ਨਹੀਂ ਹੋਏਗਾ ਕਿ 8 ਲੱਖ ਭੇਜਿਆ ਤੇ ਤੁਹਾਨੂੰ ਵਾਪਸ ਹੀ ਕੁਝ ਨਹੀਂ ਆਇਆ। ਉਹਦੀ ਅਸੀਂ ਤੁਹਾਡੇ ਨਾਲ ਆਨਲਾਈਨ ਗਰੰਟੀ ਲੈ ਰਹੇ ਹਾਂ ਕਿ ਜਿਹੜੇ ਕਾਲਜਸ 'ਚ ਅਸੀਂ ਫੀਸਾਂ ਟ੍ਰਾਂਸਫਰ ਕਰਵਾਵਾਂਗੇ ਉਹ ਸਾਡੀ ਗਰੰਟੀ ਹੋਏਗੀ ਤੁਹਾਨੂੰ ਫੀਸਾਂ ਵਾਪਸ ਮੰਗਾਉਣੀਆਂ। GIC ਸਾਡੀ ਗਰੰਟੀ ਹੋਏਗੀ ਤੁਹਾਨੂੰ ਵਾਪਸ ਮੰਗਾਉਣੀਆਂ। ਤੁਸੀਂ ਸਿਰਫ ਆਪਣੇ ਛੋਟੇ ਜਿਹੇ ਨੁਕਸਾਨ ਤੋਂ ਡਰਦੇ ਹੋਏ, ਛੋਟੇ ਜਿਹਾ ਨੁਕਸਾਨ ਕੀ ਹੈ? ਅੰਬੈਸੀ ਫੀਸ ਦਾ ਨੁਕਸਾਨ ਹੈ, ਉਹ ਵੈਸੇ ਵੀ ਏਜੰਟ ਕਹਿੰਦਾ ਤੁਸੀਂ ਕਰਨੀ ਹੈ। GIC ਵੈਸੇ ਤੁਹਾਨੂੰ ਕਰਨੇ ਪੈਂਦੇ ਆ। ਮੈਂ ਬਹੁਤ ਸਾਰੇ ਬੱਚਿਆਂ ਨਾਲ ਗੱਲ ਕਰਦਾ, ਜਦੋਂ ਉਹ ਬੱਚੇ ਕਹਿੰਦੇ ਆ ਕਿ ਜੀ ਅਸੀਂ GIC ਆਪਣਾ ਕੀਤਾ ਸੀ, ਅੰਬੈਸੀ ਫੀਸ ਆਪਣੀ ਦਿੱਤੀ ਤੇ ਕਾਲਜ ਦੀ ਫੀਸ ਅਸੀਂ ਏਜੰਟ ਨੂੰ ਬਾਅਦ 'ਚ ਦੇਣੀ ਸੀ ਤੇ ਕਾਲਜ ਦਾ ਪੈਕੇਜ ਕਰ ਲਿਆ ਸੀ 13 ਲੱਖ ਰੁਪਏ ਦਾ। ਹੁਣ ਕਾਲਜ ਕਿਹੜਾ ਸੀਗਾ? ਕਾਲਜ ਪ੍ਰਾਈਵੇਟ ਸੀਗਾ ਤੇ ਉਸ ਕਾਲਜ ਦੀ ਫੀਸ ਵੈਸੇ ਹੀ 6-7 ਲੱਖ ਰੁਪਇਆ ਸੀਗੀ, ਜਿਹੜੀ ਵੀਜ਼ੇ ਤੋਂ ਬਾਅਦ 'ਚ ਜਾਣੀ ਸੀਗੀ। ਏਜੰਟ ਨੇ ਕੀਤਾ ਕੁਝ ਵੀ ਨਹੀਂ ਕੀਤਾ। ਏਜੰਟ ਨੇ ਜਿਹੜਾ $250 ਦਾ ਤੁਹਾਡਾ ਜਿਹੜਾ LOR ਆਣੀ ਸੀ, ਲੈਟਰ ਆਫ ਰਿਕਮੈਂਡੇਸ਼ਨ, ਲੈਟਰ ਆਫ ਅਸੈਪਟੈਂਸ ਹੈ, LOA ਆਣੀ ਹੈ, ਉਹ ਵੀ ਤੁਹਾਨੂੰ ਤੁਹਾਡੇ ਕੋਲੋਂ ਪੈਸੇ ਲੈ ਕੇ ਦੇ ਦਿੱਤੇ ਆ। ਏਜੰਟ ਨੇ ਕੁਝ ਨਹੀਂ ਕੀਤਾ। ਦੋਸਤੋ, ਇੱਕ ਹੁੰਦਾ ਬੇਵਕੂਫ, ਇੱਕ ਹੁੰਦਾ ਇੱਕ ਜਿਹੜਾ ਹੈਗਾ ਭੋਲਾ। ਭੋਲੇ ਜਾਂ ਬੇਵਕੂਫ ਨਾ ਬਣੋ, ਆਪਣੇ ਆਪ ਨੂੰ ਸਮਝੋ। ਕਾਲਜ ਕੈਨੇਡਾ ਦੇ ਫੀਸਾਂ ਨਹੀਂ ਮਾਰਦੇ, GIC ਨਹੀਂ ਮਰਦੀ ਤੁਹਾਡੀ। ਅਗਰ ਕਿਤੇ ਮਰੀ ਆ ਤੇ ਉਹ ਜ਼ਰੂਰ ਏਜੰਟ ਦਾ ਕਸੂਰ ਹੋਏਗਾ। ਔਰ ਅਸੀਂ ਜਦੋਂ ਤੁਹਾਨੂੰ ਆਫਰ ਲੈਟਰ ਦੇਵਾਂਗੇ ਤੁਸੀਂ ਆਪਣੀ ਫੀਸ ਆਪਣੇ ਬੈਂਕ ਅਕਾਊਂਟ 'ਚੋਂ ਸਿੱਧੀ ਭੇਜਣੀ ਆ, ਨਾ ਕਿ ਕੋਈ ਕੈਸ਼ ਸਾਨੂੰ ਪ੍ਰੋਵਾਈਡ ਕਰਨਾ, ਨਾ ਕੋਈ ਸਾਡੇ ਖਾਤੇ 'ਚ ਪੈਸੇ ਪਾਣੇ ਆ। ਔਰ ਫਿਰ ਵੀ ਤੁਹਾਡੀ ਗਰੰਟੀ ਅਸੀਂ ਲੈ ਰਹੇ ਹਾਂ ਕਿ ਉਹ ਤੁਹਾਨੂੰ ਫੀਸਾਂ ਅਸੀਂ ਵਾਪਸ 100% ਦਵਾਵਾਂਗੇ ਇਨ ਕੇਸ ਵੀਜ਼ਾ ਨਹੀਂ ਲੱਗਦਾ। ਬਟ ਜਿਹੜੇ ਹੁਣ ਬੱਚੇ ਸਾਡੇ ਕਹਿਣ ਦੇ ਉੱਤੇ ਸਰਕਾਰੀ ਕਾਲਜਾਂ 'ਚ ਐਡਮਿਸ਼ਨ ਲੈਣਗੇ, ਫਿਰ ਵਾਰੀ ਆਉਂਦੀ ਕਿ ਇਦਾਂ ਦੇ ਕਾਲਜਸ ਨੂੰ, ਇਦਾਂ ਦੇ ਜਿਹੜੇ ਓਵਰਆਲ 6 ਜਾਂ 2 ਚੋਂ 5.5 ਵਾਲੇ ਬੱਚਿਆਂ ਨੂੰ ਜਿਹੜਾ ਆਮ ਕੰਸਲਟੈਂਟ ਕਹਿੰਦਾ ਕਿ ਤੁਸੀਂ ਮੌਂਟਰੀਅਲ ਚਲ ਜਾਓ ਜੀ। ਉੱਥੇ ਮੌਂਟਰੀਅਲ ਦੇ ਵਿੱਚ ਸਾਰੇ ਕਾਲਜ ਲੈ ਰਹੇ ਆ ਓਵਰਆਲ 6 5.5 ਦੇ ਨਾਲ। ਬਟ ਤੁਹਾਨੂੰ ਇਹ ਪਤਾ ਕਿ ਜਿਹੜੇ CAQ ਉੱਥੋਂ ਪਹਿਲਾਂ 6 ਹਫ਼ਤੇ ਲੱਗਦੇ ਸੀ, ਹੁਣ ਇਸ ਵੇਲੇ 8 ਤੋਂ 10 ਹਫ਼ਤੇ ਲੱਗਦੇ ਪਏ, 3 ਮਹੀਨੇ CAQ ਨੂੰ ਲੱਗਦੇ ਪਏ। ਆਉਣ ਵਾਲੇ ਦਿਨਾਂ 'ਚ ਉਸ ਤੋਂ ਵੀ ਜ਼ਿਆਦਾ ਟਾਈਮ ਲੱਗੇਗਾ। ਤੁਹਾਨੂੰ ਉਹੀ ਆਪਸ਼ਨ, ਤੇ ਜਿਹੜੇ ਬੱਚੇ ਮੌਂਟਰੀਅਲ 'ਚ ਜਾਂਦੇ ਸੀ ਉਹ ਕੰਮਕਾਰ ਕਰਨ ਲਈ ਟੋਰਾਂਟੋ ਜਾਂਦੇ ਸੀਗੇ, ਤੇ ਟੋਰਾਂਟੋ ਦੇ ਵਿੱਚ ਅਸੀਂ ਤੁਹਾਨੂੰ ਆਪਸ਼ਨ ਦੇ ਰਹੇ ਹਾਂ। ਬਰੈਂਪਟਨ ਦੇ ਵਿੱਚ ਤੁਹਾਨੂੰ ਅਸੀਂ ਆਪਸ਼ਨ ਦੇ ਰਹੇ ਹਾਂ ਗਵਰਨਮੈਂਟ ਕਾਲਜਸ ਦੀ ਓਵਰਆਲ 6, 2 ਚੋਂ 5.5। ਹੁਣ ਅਗਰ ਤੁਸੀਂ ਬੈਚਲਰ ਕੀਤੀ ਹੋਈ ਆ, ਓਵਰਆਲ 6 ਹੈ, 1 ਚੋਂ 5.5 ਹੈ, ਤਾਂ ਵੀ ਟੋਰਾਂਟੋ 'ਚ ਆਪਸ਼ਨ ਦੇ ਰਹੇ ਤੁਹਾਨੂੰ। ਅਗਰ ਤੁਸੀਂ ਬੈਚਲਰ ਕੀਤੀ ਹੋਈ ਆ, ਓਵਰਆਲ 6, 2 ਚੋਂ 5.5 ਹੈ, ਤਾਂ ਵੀ ਤੁਹਾਨੂੰ ਵੈਨਕੂਵਰ ਦੇ ਵਿੱਚ ਆਪਸ਼ਨ ਦੇ ਰਹੇ MBA ਸਿੱਧੀ ਯੂਨੀਵਰਸਿਟੀ ਦੀ। ਸੋ ਇਸ ਵੇਲੇ ਜਿਹੜੀਆਂ ਆਪਸ਼ਨ ਤੁਹਾਨੂੰ ਮਿਲਦੀਆਂ ਪਈਆਂ, ਇਹ ਬਹੁਤ ਲਿਮਟਿਡ ਪੀਰੀਅਡ ਲਈ ਆ। ਔਰ ਜਿਹੜੇ ਬੱਚੇ ਇਹਨੂੰ ਲੈ ਲੈਣਗੇ ਉਹਨਾਂ ਦਾ ਇਹ ਬੈਨੀਫਿਟ ਹੋਏਗਾ। ਔਰ ਮੈਂ ਨਹੀਂ ਕਹਿੰਦਾ ਕਿ ਇਹ ਅਸੀਂ ਕੋਈ ਜਾਦੂ ਦੀ ਛੜੀ 'ਚ ਘੁਮਾਣੀ ਤੇ ਤੁਹਾਡਾ ਵੀਜ਼ਾ ਆਉਣਾ। ਤੁਹਾਡਾ ਵੀਜ਼ਾ, ਕਿਉਂਕਿ ਇਸ ਵੇਲੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਈ ਕਮਿਸ਼ਨ ਕੋਲ ਵੀ ਜਿਹੜਾ ਰਸ਼ ਘੱਟ ਹੈਗਾ ਤੇ ਉਹਦਾ ਬੈਨੀਫਿਟ ਸਟੂਡੈਂਟਸ ਨੂੰ ਮਿਲਣਾ, ਉਹਦਾ ਮੈਂ ਤੁਹਾਨੂੰ ਜਦੋਂ ਗਰੰਟੀ ਕਰਦਾ ਮੈਂ ਉਹਦਾ ਇਹ ਗੱਲ ਕਰਦਾ ਮੈਂ ਕਿ ਤੁਸੀਂ ਦੇਖ ਸਕਦੇ ਹੋ ਕਿ 2016 'ਚ 5.5 ਬੈਂਡ ਵਿਦਆਊਟ ਆਇਲਸ ਬੱਚੇ ਇੱਥੋਂ ਹੀ ਗਏ ਪੰਜਾਬ ਤੋਂ। ਇਹ ਉਹੀ ਕੈਨੇਡਾ ਹੈਗਾ। ਉਹੀ ਕੈਨੇਡਾ ਨੂੰ ਹੁਣ ਇਸ ਵੇਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬੱਚਿਆਂ ਦੀ ਜ਼ਰੂਰਤ ਹੈਗੀ ਹੈ ਤੇ ਉਹਦਾ ਫਾਇਦਾ ਚੱਕ ਲਓ ਜਿਹੜੇ ਬੱਚੇ ਇਸ ਵੇਲੇ ਚੱਕਣਾ ਚਾਹੁੰਦੇ ਆ। ਅਦਰਵਾਈਜ਼ ਜਿਹੜੇ ਦੇਖਦੇ ਰਹਿਣਗੇ ਉਹਨਾਂ ਨੂੰ ਅਗਲਾ ਇਨਟੇਕ ਵੀ ਜਿਹੜਾ ਹੈਗਾ ਉਹ ਔਖਾ ਮਿਲੇਗਾ, ਕਿਉਂਕਿ 1-2 ਇਨਟੇਕ ਨਿਕਲੇ ਤੇ ਦੁਬਾਰਾ 6 ਈਚ ਇਹਨਾਂ ਨੇ ਕਾਲਜਸ ਨੇ ਕਰਦੇ ਨੇ। ਵੈਸੇ ਵੀ 6 ਜਿਹੜੇ ਓਵਰਆਲ 6, 2 ਚੋਂ 5.5 ਹੈ, ਉਹ ਕੁਐਸਚਨ ਆ ਗਿਆ ਸੁਖਮਨਦੀਪ ਸਿੰਘ ਰਾਏ ਹੁਣਾਂ ਦਾ। $2017 ਏਮਸ ਕਾਲਜ ਨੇ ਫੀਸ ਕੱਟ ਲਈ। ਮੈਨੂੰ ਤੁਹਾਡਾ ਕੁਐਸਚਨ ਸਮਝ ਨਹੀਂ ਲੱਗਾ। ਮੈਂ ਤੁਹਾਨੂੰ ਫਿਰ ਉਹੀ ਗੱਲ ਕਹਿੰਦਾ ਪਿਆ, ਜਿਹੜੇ ਕਾਲਜਸ ਹੈ $100, $150 ਜਾਂ $200 ਫੀਸ ਕੱਟਦੇ ਆ, ਇਸ ਤੋਂ ਜ਼ਿਆਦਾ ਉਹਨਾਂ ਦੀ ਕੋਈ ਫੀਸ ਨਹੀਂ ਕਟਿੰਗ ਹੁੰਦੀ। ਪਰ ਇਹੋ ਹੀ ਫੀਸ ਕਟਿੰਗ ਦੇ ਡਰ ਤੋਂ ਤੁਸੀਂ ਜਿਹੜੇ ਪੈਕੇਜ ਕਰਦੇ ਹੋ 4-4, 5-5 ਲੱਖ ਰੁਪਇਆ ਤੁਸੀਂ ਐਕਸਟਰਾ ਦਿੰਦੇ ਹੋ, ਉਹਨੂੰ ਨਾ ਕਰੋ ਇਦਾਂ ਦੇ ਕੰਮ, ਕਿਉਂਕਿ ਤੁਹਾਡਾ ਪੈਸਾ ਹਾਰਡ ਅਰਨ ਹੈ, ਤੁਸੀਂ ਮਿਹਨਤ ਦੀ ਕਮਾਈ ਹੋਈ ਤੁਸੀਂ ਪੈਸੇ ਹੈਗੇ, ਉਹਨੂੰ ਕਿਸੇ ਵੀ ਏਜੰਟ ਨੂੰ ਇਸ ਤਰੀਕੇ ਦੇ ਨਾਲ ਨਾ ਲੁੱਟਣ ਦਿਓ। ਤੇ ਤੁਸੀਂ ਜਦੋਂ ਏਜੰਟ ਨੂੰ ਕਹਿੰਦੇ ਕਿ ਤੁਸੀਂ ਕਰਨਾ ਸਾਰਾ ਕੁਝ ਜੀ, ਤੇ ਉਹਦੇ ਨਾਲ ਤੁਹਾਡਾ ਜਿਹੜਾ ਹੱਥ ਕੱਟ ਕੇ ਉਹਨੇ ਵੈਸੇ ਹੀ ਰੱਖਦੇ ਹੁੰਦੇ ਆ। ਇਸ ਕਰਕੇ ਪੈਕੇਜ ਵੱਲ ਨੂੰ ਬਿਲਕੁਲ ਨਾ ਜਾਇਆ ਕਰੋ। ਤੇ ਜਿਹਨੂੰ ਡਰ ਲੱਗਦਾ ਫੀਸ ਭੇਜਣ ਤੋਂ, ਜਿਹਨੂੰ ਡਰ ਲੱਗਦਾ ਉਹਦੇ ਵੈਸੇ ਹੀ ਮੈਂ ਤੁਹਾਨੂੰ ਗਰੰਟੀ ਦਿੰਦਾ ਪਿਆ ਕਿ ਤੁਸੀਂ ਸਾਡੇ ਕੋਲ ਆਓ, ਫੀਸਾਂ ਜਿਹੜੀਆਂ ਤੁਹਾਡੀਆਂ ਜਾਣਗੀਆਂ ਉਹਦੀ ਗਰੰਟੀ ਅਸੀਂ ਲਵਾਂਗੇ।
ਹੁਣ ਇਸ ਤੋਂ ਬਾਅਦ 'ਚੋਂ ਜਿਹੜੇ ਸਪੈਸ਼ਲ ਆਫਰਸ ਹੈਗੀਆਂ ਉਹ ਇਹ ਹੈਗੀਆਂ ਕਿ ਤੁਸੀਂ ਆਨਲਾਈਨ ਐਪਲੀਕੇਸ਼ਨ ਸਾਨੂੰ ਭੇਜੋਗੇ, ਅਸੀਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਵਾਂਗੇ। ਤੇ ਕੁਝ ਚੀਜ਼ਾਂ ਦੇ ਵਿੱਚ ਅਸੀਂ ਜਿਹੜੇ ਹੁਣ ਇਹਦੇ ਵਿੱਚ ਇੱਕ ਚੀਜ਼ ਆ ਗਈ। ਹੁਣ ਮੈਂ ਕਹਿੰਦਾ ਪਿਆ ਕਿ ਅਸੀਂ ਜਿਹੜਾ ਹੈਗਾ ਉਹ ਤੁਹਾਨੂੰ ਇੱਕ ਆਪਸ਼ਨ ਦੇ ਰਹੇ ਹਾਂ। ਤੁਸੀਂ ਕਹੋਗੇ ਕਿ ਸਾਡੇ ਹਾਲਾਤ ਖਰਾਬ ਹੈਗੇ ਤੇ ਮੈਂ ਤੁਹਾਡੇ ਕੋਲ ਪ੍ਰੋਸੈਸਿੰਗ ਫੀਸ ਵੀ ਤੁਹਾਨੂੰ ਮਾਫ ਕਰ ਦਾਂਗਾ। ਕੋਈ ਏਜੰਟ ਇਦਾਂ ਨਹੀਂ ਕਰੇਗਾ। ਕੋਵਿਡ ਦੇ ਵਿੱਚ ਤੁਹਾਡੇ ਲਈ ਅਸੀਂ ਇਹ ਕੰਮ ਕਰਾਂਗੇ ਕਿ ਕੋਈ ਪ੍ਰੋਸੈਸਿੰਗ ਫੀਸ ਐਡਵਾਂਸ ਨਹੀਂ, ਕੋਈ ਪ੍ਰੋਸੈਸਿੰਗ ਫੀਸ ਆਫਟਰ ਵੀਜ਼ਾ ਨਹੀਂ। ਇਹ ਸਾਡੇ ਵੱਲੋਂ ਤੁਹਾਨੂੰ ਇੱਕ ਸੇਵਾ ਦੇ ਰੂਪ ਦੇ ਵਿੱਚ ਦਿੱਤੀ ਜਾ ਰਹੀ ਹੈ, ਜਿਹੜੀ ਕਿ ਅਸੀਂ ਆਪਣੀ ਪ੍ਰੋਸੈਸਿੰਗ ਫੀਸ ਕੋਈ ਚਾਰਜ ਨਹੀਂ ਕਰ ਰਹੇ। ਉਹ ਇੱਕੋ ਹੀ ਸ਼ਰਤ ਦੇ ਉੱਤੇ ਕਿ ਤੁਸੀਂ ਇਹ ਕਹੋਗੇ ਕਿ ਸਾਡਾ ਕੋਈ ਨੁਕਸਾਨ ਹੋਇਆ ਜਾਂ ਅਸੀਂ ਇਸ ਵੇਲੇ ਪੈਸੇ ਨੂੰ ਲੈ ਕੇ ਪਰੇਸ਼ਾਨ ਹੈਗੇ ਹਾਂ, ਅਸੀਂ ਤੁਹਾਡੀ ਜਿਹੜੀ ਪ੍ਰੋਸੈਸਿੰਗ ਫੀਸ ਆ ਉਹ ਨਹੀਂ ਦੇ ਸਕਦੇ ਤੇ ਤੁਹਾਡੀ ਪ੍ਰੋਸੈਸਿੰਗ ਫੀਸ ਸਾਡੇ ਵੱਲੋਂ ਮਾਫ ਹੋਏਗੀ। ਤੇ ਜਿਹੜੇ ਦੇਣਾ ਚਾਹੁੰਦੇ ਕੁਝ ਉਹ ਦੇ ਵੀ ਸਕਦੇ ਆ, ਸਾਨੂੰ ਉਹਦੇ ਵੱਲੋਂ ਕੋਈ ਇਦਾਂ ਦੀ ਮਨਾਹੀ ਨਹੀਂ ਹੈਗੀ ਕਿ ਤੁਸੀਂ ਨਹੀਂ ਦੇਵੋਗੇ। ਇਹ ਚੀਜ਼ ਸਪੈਸ਼ਲ ਆਫਰ ਤੁਹਾਨੂੰ ਜਿਹੜੀ ਹੈਗੀ ਉਹ ਹਰਨੀਤ ਓਵਰਸੀਜ਼ ਤੁਹਾਨੂੰ ਦੇ ਰਿਹਾ ਇਸ ਵੇਲੇ। ਡੁਲਿੰਗੋ ਦਾ ਤੁਹਾਨੂੰ ਮੈਂ ਦੱਸ ਦਿੱਤਾ, ਡੁਲਿੰਗੋ ਦਾ $49 ਜਿਹੜੀ US ਡਾਲਰ ਐਗਜ਼ਾਮ ਫੀਸ ਹੈਗੀ ਹੈ। ਡੁਲਿੰਗੋ ਬਹੁਤ ਸਾਰੇ ਜੇ ਉਹ ਡੁਲਿੰਗੋ ਉਹਨਾਂ ਬੱਚਿਆਂ ਦੇ ਲਈ ਹੈਗੀ ਜਿਨ੍ਹਾਂ ਦੇ ਕੋਲ ਆਇਲਸ ਨਹੀਂ ਹੈਗੀ, ਆਇਲਸ ਬੁੱਕ ਕੀਤਾ ਸੀ, ਆਇਲਸ ਦਾ ਐਗਜ਼ਾਮ ਨਹੀਂ ਹੋਇਆ ਤੇ ਡੁਲਿੰਗੋ 3500 ਰੁਪਇਆ ਬਣਦਾ। ਅਗਰ 3500 ਦੇ ਕੇ ਤੁਹਾਡਾ ਐਡਮਿਸ਼ਨ ਹੋ ਰਹੀ ਹੈ, 3500 ਦੇ ਨਾਲ ਐਡਮਿਸ਼ਨ ਹੋ ਰਹੀ ਡੁਲਿੰਗੋ ਦੇ ਵਿੱਚ, ਅਗਰ ਤੁਸੀਂ ਸਾਡੇ ਕੋਲ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਕਿ ਡੁਲਿੰਗੋ ਕਿੱਦਾਂ ਹੁੰਦਾ, ਡੁਲਿੰਗੋ ਦੀ ਜਿਹੜੀ ਪ੍ਰੈਪਰੇਸ਼ਨ ਕਿੱਦਾਂ ਹੁੰਦੀ, ਉਹਦਾ ਮਟੀਰੀਅਲ ਕਿੱਦਾਂ ਹੁੰਦਾ, ਤੇ ਅਸੀਂ ਡੁਲਿੰਗੋ ਦਾ ਨਵਾਂ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਜਲਦੀ। ਤੇ ਜਿਹੜੀਆਂ ਐਨਰੋਲਮੈਂਟਸ ਉਹਦੇ ਡੁਲਿੰਗੋ ਦੇ ਵਿੱਚ ਹੋ ਜਾਣਗੀਆਂ, ਉਹ ਡੁਲਿੰਗੋ ਦਾ ਟੈਸਟ ਵੀ ਜਿਹੜੀ ਸਾਡੀ ਫੀਸ ਹੈਗੀ ਆ ਦੈਟ ਇਜ਼ ਜਸਟ 2500 ਰੁਪਇਆ ਸਾਡੀ ਫੀਸ ਹੈ। 3500 ਰੁਪਇਆ ਤੁਹਾਡੀ ਡੁਲਿੰਗੋ ਦੇ ਟੈਸਟ ਦੀ ਫੀਸ ਹੈ। ਤੁਹਾਡੀ ਇਸ 6000 ਰੁਪਏ ਦੇ ਖਰਚੇ ਦੇ ਨਾਲ ਤੁਹਾਡੀ ਜਿਹੜੀ ਆਫਰ ਲੈਟਰ ਹੈ ਉਹ ਕਾਲਜ ਦੇ ਵਿੱਚ ਸਿਕਿਉਰ ਹੋ ਰਹੀ ਹੈ ਤੇ ਇਹਦੇ ਨਾਲ ਦੀ ਕੋਈ ਰੀਸ ਨਹੀਂ ਹੈ ਤੁਹਾਨੂੰ। ਫਿਰ ਵੀਜ਼ਾ ਚਾਂਸਸ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਾ। ਅਸੀਂ ਜਿਹੜੀ ਇਸ ਤੋਂ ਬਾਅਦ 'ਚੋਂ ਜਿਹੜੇ ਬੱਚੇ GNM ਕੀਤੀ ਹੋਈ ਹੈ, ਨਰਸਿੰਗ ਕੀਤੀ ਹੋਈ ਹੈ, ਚਾਹੇ ਉਹ ਸ਼ੈਫ ਹੈ, ਚਾਹੇ ਕੁੱਕ ਹੈ, ਚਾਹੇ ਪਲੰਬਰ ਹੈ, ਔਰ ਇਹ ਕੈਨੇਡਾ PR ਬੇਸ 'ਤੇ ਜਾਣਾ ਚਾਹੁੰਦੇ ਆ, ਜਿਹੜੇ ਅੱਗੇ ਉਹਨਾਂ ਨੂੰ ਜੌਬ ਆਫਰਸ ਚਾਹੀਦੀਆਂ, ਕੋਈ PNP ਅਪਲਾਈ ਕਰਨਾ ਚਾਹੁੰਦੇ, AAPP ਅਪਲਾਈ ਕਰਨਾ ਚਾਹੁੰਦੇ। ਹੁਣ ਕੈਨੇਡਾ ਦੇ ਵਿੱਚ ਜਿਹੜਾ ਆਪਾਂ PR ਦੀ ਥੋੜ੍ਹੀ ਜਿਹੀ ਗੱਲ ਕਰੀਏ ਤਾਂ 472 ਜਿਹੜਾ ਸਕੋਰ ਸੀਗਾ ਮਾਰਚ ਦੇ ਵਿੱਚ, ਜਦੋਂ ਲੋਕਡਾਊਨ ਇਸ ਤੋਂ ਪਹਿਲਾਂ ਹੋਇਆ ਸੀਗਾ, ਲੋਕਡਾਊਨ ਤੋਂ ਪਹਿਲਾਂ 472 ਨੰਬਰ ਹੋ ਗਿਆ ਸੀ। 472 ਨੰਬਰ ਬਹੁਤ ਹਾਈ ਸੀਗਾ, ਔਰ 472 ਦੇ ਵਿੱਚ ਵੀ ਉਹਨਾਂ ਕੋਲ ਜਿਹੜੀਆਂ ਐਪਲੀਕੇਸ਼ਨਾਂ ਸੀਗੀਆਂ ਉਹ ਕਦੀ ਵੀ ਐਪਲੀਕੇਸ਼ਨ 32-3300 ਤੋਂ ਘੱਟ ਨਹੀਂ ਹੋਈ ਸੀ। ਮਤਲਬ ਕਿ ਐਪਲੀਕੇਸ਼ਨ ਦਾ ਸਕੋਪ ਜਿਹੜਾ ਹੈਗਾ ਉਹ ਇੰਨਾ ਕੁ ਵਧ ਗਿਆ ਸੀਗਾ, ਇੰਨੇ ਕੁ ਵਧੀਆ ਐਪਲੀਕੇਸ਼ਨ ਆਉਣੀਆਂ ਸ਼ੁਰੂ ਹੋ ਗਈਆਂ ਸੀ। ਜਦੋਂ ਉਹਨਾਂ ਨੂੰ ਐਕਚੁਅਲ ਦੇ ਵਿੱਚ ਜਦੋਂ ਡਰਾਅ ਨਿਕਲਦਾ, ਉਹਨਾਂ ਨੂੰ ਇੱਕ ਲਿਮਿਟ ਹੁੰਦੀ ਹੈ ਕਿ ਅਸੀਂ 3500-3400 ਐਪਲੀਕੇਸ਼ਨ ਅਸੈਪਟ ਕਰਨੀ ਆ। ਉਹਨਾਂ ਨੂੰ ਅਗਰ 472 ਤੇ ਉਹ ਐਪਲੀਕੇਸ਼ਨ ਮਿਲਦੀ ਪਈ ਆ ਤੇ ਉਹ 472 ਡਰਾਅ ਨਿਕਲਦਾ। ਡਰਾਅ ਜਿਹੜਾ ਹੈਗਾ ਡਰਾਅ ਨਹੀਂ ਹੈ ਐਕਚੁਅਲ ਦੇ ਵਿੱਚ ਉਹਨਾਂ ਨੇ ਪਹਿਲੇ 3500 ਚੱਕਣੇ ਹੁੰਦੇ ਆ। ਪਹਿਲੇ 34-3500 ਦੇ ਵਿੱਚ ਉਹਨਾਂ ਨੇ ਦੇਖਣਾ ਕਿ ਇਹ ਜਿਹੜਾ ਇਹਦੇ ਵਿੱਚ ਕਿੰਨੇ ਨੰਬਰ ਵਾਲੇ ਆਉਂਦੇ ਪਏ ਆ। ਹੁਣ ਹੋ ਸਕਦਾ ਉਦੋਂ ਕਈ 470 ਸੀ, 472 ਦਾ ਡਰਾਅ ਨਿਕਲਿਆ, 470 ਵਾਲਾ ਨਹੀਂ ਪਿਕ ਕਰ ਪਾਇਆ। ਹੁਣ ਜਿਹੜਾ ਇਸ ਵੇਲੇ ਡਰਾਅ ਹੈਗਾ 450 ਤੱਕ ਆ ਚੁੱਕਾ, ਔਰ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੈਗੂਲਰ ਘਟ ਰਿਹਾ। ਹੁਣ ਇਹਦਾ ਫਾਇਦਾ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਚੱਕ ਸਕਦੇ ਹੋ। ਜਿਹੜੇ ਕੇਸਿਸ ਦੇ ਵਿੱਚ ਤੁਸੀਂ ਐਕਸਪ੍ਰੈਸ ਐਂਟਰੀ ਦੇ ਕਿਹੜੇ ਬੱਚੇ ਹੈਗੇ ਆ, 7 ਜਿਹੜਾ ਆਪਾਂ 777-8 ਦੀ ਗੱਲ ਕਰਦੇ ਪਏ ਆ, ਤੁਹਾਡੇ ਬੈਚਲਰ ਹੈਗੀ ਆ, ਤੁਹਾਡੇ ਕੋਲ ਉੱਥੇ ਜੌਬ ਆਫਰ ਅਗਰ ਹੈਗੀ, ਅਗਰ ਸਕੋਰ ਘੱਟ ਹੈ ਤਾਂ ਤੁਸੀਂ ਜੌਬ ਆਫਰ ਦੇ ਨਾਲ ਅਪਲਾਈ ਕਰ ਸਕਦੇ ਹੋ। ਅਸੀਂ ਤੁਹਾਨੂੰ ਕੈਨੇਡਾ ਦੀਆਂ ਜੌਬ ਆਫਰਸ ਵੀ ਪ੍ਰੋਵਾਈਡ ਕਰ ਰਹੇ ਹਾਂ। ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜੌਬ ਆਫਰ ਚਾਹੀਦੀ ਹੈ, ਨਰਸਿਸ ਦੀਆਂ AAPP ਦੇ ਵਿੱਚ ਜੌਬ ਆਫਰ ਸਾਡੇ ਕੋਲ ਹੈਗੀਆਂ। ਤੁਹਾਡੇ ਕੋਲ ਓਵਰਆਲ +2 ਹੈਗੀ ਹੈ, 2 ਸਾਲ 1-2 ਸਾਲ ਦਾ ਗੈਪ ਹੈਗਾ, ਤੁਹਾਡੇ ਕੋਲ ਬੈਂਡ ਤੁਹਾਡੇ 4-4.5 ਤੋਂ ਉੱਪਰ ਨਹੀਂ ਹੋ ਸਕਦੇ। ਕੁਝ ਫਿਸ਼ਰ ਦੇ ਸਾਡੇ ਕੋਲ ਉੱਥੇ ਦੀਆਂ ਜੌਬ ਆਫਰਸ ਪਈਆਂ ਹੈਗੀਆਂ ਜਿਹਦੇ ਬਾਰੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਸੋ ਅਗਰ ਤੁਹਾਨੂੰ ਇਹ ਸਾਰਾ ਕੁਝ ਪ੍ਰੋਗਰਾਮ ਅੱਛਾ ਲੱਗਦਾ, ਇਹਨੂੰ ਬਹੁਤ ਤੁਸੀਂ ਪਿਆਰ ਦਿੰਦੇ ਹੋ, ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ। ਅਗਲਾ ਮੇਰਾ ਲਾਈਵ ਜਿਹੜਾ ਹੈਗਾ ਉਹ UK ਦੇ ਉੱਤੇ ਹੋਏਗਾ ਕਿ UK ਤੁਸੀਂ ਵਿਦਆਊਟ ਆਇਲਸ ਕਿੱਦਾਂ ਅਪਲਾਈ ਕਰ ਸਕਦੇ ਹੋ। UK ਦੀਆਂ ਜਿਹੜੀਆਂ ਟੀਅਰ 4 ਤੋਂ ਲੈ ਕੇ ਟੀਅਰ 2 ਟੀਅਰ 1 ਦੀਆਂ ਜਿਹੜੀਆਂ ਪੌੜੀਆਂ ਹੈਗੀਆਂ ਆਪਾਂ ਉੱਥੇ ਪੱਕੇ ਕਿੱਦਾਂ ਹੋ ਸਕਦੇ। ਬਹੁਤ ਸਾਰੇ ਦੋਸਤਾਂ ਨੂੰ, ਮੇਰੇ ਪੰਜਾਬੀਆਂ ਨੂੰ ਹਾਲੇ ਤੱਕ ਇੱਦਾਂ ਹੀ ਨਹੀਂ ਪਤਾ ਨਹੀਂ ਲੱਗਦਾ ਕਿ UK ਪੱਕਾ ਹੋ ਸਕਦਾ ਬੱਚਾ। ਉਹ ਜਦੋਂ ਅਸੀਂ UK ਦੀ ਉਹਨਾਂ ਨੂੰ ਕਹਿੰਦੇ ਆ ਤੇ ਉਹ ਕਹਿੰਦੇ ਆ ਕਿ ਨਹੀਂ ਸਰ UK ਦਾ ਪੱਕਾ ਹੀ ਨਹੀਂ ਹੋ ਸਕਦਾ। ਆਨਸਰ ਸੀਮਾ ਸਿੰਘ ਹੁਣਾਂ ਦਾ 2014 ਵਿੱਚ BBA ਕੀਤੀ ਹੈ ਵਿਦ 46 ਨਾਲ ਈਚ 6 ਬੈਂਡ ਹੈਗੇ ਆ, ਕੈਨੇਡਾ ਸਟੱਡੀ ਵੀਜ਼ਾ ਹੋ ਸਕਦਾ। ਸੀਮਾ ਸਿੰਘ ਜੀ 46% ਤੁਹਾਡੇ ਬਹੁਤ ਘੱਟ ਹੈਗੇ ਆ। ਅਗਰ ਤੁਸੀਂ ਆਪਣੇ +2 ਦੇ ਨੰਬਰ ਵੀ ਮੈਨੂੰ ਦੱਸ ਦਿਓ, ਮੈਨੂੰ ਆਪਣੇ ਡਾਕੂਮੈਂਟ ਸ਼ੇਅਰ ਕਰੋ, ਮੈਂ ਤੁਹਾਨੂੰ ਈਮੇਲ ID ਸ਼ੇਅਰ ਕਰ ਦਿੰਦਾ। ਤੁਹਾਨੂੰ WhatsApp ਦਾ ਨੰਬਰ ਦਿੱਤਾ ਹੋਇਆ, ਉੱਤੇ ਇਸ ਵੇਲੇ ਸਿੱਧਾ ਡਾਇਰੈਕਟ ਫੋਨ ਨੰਬਰ ਮੇਰੇ ਕੋਲ ਪਿਆ ਹੈਗਾ। ਤੁਸੀਂ ਮੈਨੂੰ ਆਪਣੇ +2 ਦੇ ਨੰਬਰ ਭੇਜੋ ਤੇ ਮੈਂ ਉਹਦੇ ਨਾਲ ਤੁਹਾਡੀ ਅਸੈਸਮੈਂਟ ਕਰਕੇ ਸਵੇਰ ਤੱਕ ਤੁਹਾਨੂੰ ਵਾਪਸ ਕਰ ਦੂੰਗਾ ਕਿ ਕਿਹੜਾ ਕਾਲਜ ਕਿਹੜਾ ਕੋਰਸ ਤੁਹਾਨੂੰ ਦਿੱਤਾ ਜਾ ਸਕਦਾ। ਕੁਛ ਨਾ ਕੁਛ ਹੱਲ ਤੁਹਾਡਾ ਇਹਦਾ ਜ਼ਰੂਰ ਨਿਕਲ ਜਾਏਗਾ। ਜਿਹੜੇ ਵੀ ਇੱਦਾਂ ਦੀ
ਥੋੜੀ ਬਹੁਤੀ ਮਾੜੀ ਪ੍ਰੋਫਾਈਲ ਆ ਕਿਸੇ ਵੀ ਥਾਂ ਤੇ ਤੁਹਾਨੂੰ ਇਸ ਵੇਲੇ ਐਡਜਸਟਮੈਂਟ ਮਿਲਦੀ ਹੈ, ਪੁੱਟ ਯੋਰ ਕੇਸ ਇਨ ਫॉर ਕੈਨੇਡਾ ਔਰ ਆਪਣੇ ਆਪ ਤੇ ਤਸੱਲੀ ਰੱਖੋ, ਯੂ ਵਿਲ ਗੈਟ ਦਾ ਵੀਜ਼ਾ। ਕਿਉਂਕਿ ਇਸ ਵੇਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਸ਼ਾਰਟ ਹੋਏ ਆ, ਮਈ ਦੇ ਬੱਚੇ ਸ਼ਾਰਟ ਹੋਏ ਆ, ਸਪਟੈਂਬਰ ਦੇ ਬੱਚੇ ਆਇਲਸ ਕਰਕੇ ਸ਼ਾਰਟ ਹੋਏ ਆ, ਜਾਂ ਸਪਟੈਂਬਰ ਦੇ ਉਹ ਬੱਚੇ ਜਿਹੜੇ +2 ਦਾ ਐਗਜ਼ਾਮ, +2 ਦਾ ਰਿਜ਼ਲਟ ਨਾ ਆਉਣ ਕਰਕੇ ਉਹਨਾਂ ਨੂੰ ਜਿਹੜੀ ਸ਼ਾਰਟੇਜ ਹੋਈ ਆ ਉਹ ਤੁਹਾਡੇ ਸਾਰੇ ਬੱਚਿਆਂ ਦੇ ਨਾਲ ਹੀ ਉਹਨਾਂ ਨੇ ਪੂਰੀ ਕਰਨੀ ਆ। ਸੋ ਇਸ ਚੀਜ਼ ਨੂੰ, ਇਸ ਓਪਰਚੁਨਿਟੀ ਨੂੰ ਮਿਸ ਨਾ ਕਰੋ। ਨੈਕਸਟ ਲਾਈਵ ਮੈਂ ਜਲਦੀ ਹੋਣ ਵਾਲਾ, ਹੋ ਸਕਦਾ ਤੁਹਾਡੇ ਨਾਲ ਅੱਜ ਹੀ ਦੁਬਾਰਾ ਹੋਵਾਂ। ਯੂਕੇ ਦੇ ਪ੍ਰੋਡਕਟਸ ਲੈ ਕੇ ਆਪਣੀ ਐਲੀਜੀਬਿਲਟੀ ਚੈੱਕ ਕਰਿਆ ਕਰੋ। ਅਗਰ ਤੁਸੀਂ ਐਲੀਜੀਬਲ, ਮੈਂ ਤੁਹਾਨੂੰ ਇੱਕੋ ਚੀਜ਼ ਸ਼ੁਰੂ ਤੋਂ ਇਹ ਗੱਲ ਕਹਿਣਾ ਪਿਆ, ਕੰਟਰੀ ਪਿੱਛੇ ਨਾ ਪਾਓ। ਇਸ ਵੇਲੇ ਠੀਕ ਹੈ, ਆਪਸ਼ਨ ਹੋਰ ਹੈ, ਇਸ ਵੇਲੇ ਥੋੜਾ ਜਿਹਾ ਸਿਨੈਰੀਓ ਚੇਂਜ ਹੋਇਆ ਪਿਆ। ਅਗਰ ਤੁਹਾਨੂੰ ਯੂਕੇ ਦੇ ਵਿੱਚ ਵੀ 54% ਨੰਬਰ ਹੈ, ਠੀਕ ਹੈ, ਤੁਸੀਂ ਮੈਨੂੰ ਆਪਣੇ ਡਾਕੂਮੈਂਟ ਭੇਜੋ, ਆਈ ਵਿਲ ਡੈਫੀਨੇਟਲੀ ਗਿਵ ਯੂ ਦਾ ਬੈਟਰ ਆਪਸ਼ਨ ਕਿ ਅਸੀਂ ਤੁਹਾਨੂੰ ਕਿਹੜੀ ਬੈਟਰ ਆਪਸ਼ਨ ਦੇ ਸਕਦੇ ਹਾਂ। ਕੈਨੇਡਾ ਦੇ ਵਿੱਚ ਕਿਤੇ ਵੀ ਜਿੱਥੇ ਵੀ ਹੈਗਾ ਤੁਹਾਨੂੰ ਬੈਸਟ ਕੋਟੇਸ਼ਨ ਤੁਹਾਨੂੰ ਮੈਂ ਅਸੈਸਮੈਂਟ ਕਰਕੇ ਤੁਹਾਨੂੰ ਦੇ ਦਿੰਦਾ। ਤੁਸੀਂ ਈਮੇਲ ਕਰੋ ਆਪਣੇ ਡਾਕੂਮੈਂਟ ਮੈਨੂੰ। ਸੋ ਨੈਕਸਟ ਲਾਈਵ ਹੋਊਗਾ ਤੁਹਾਨੂੰ ਯੂਕੇ ਦੇ ਲਈ, ਜਲਦੀ ਹੀ, ਹੋ ਸਕਦਾ ਅੱਜ ਹੀ ਹੋਵਾਂ, ਥੋੜੀ ਦੇਰ ਦੇ ਵਿੱਚ ਹੀ। ਉਹਦੇ ਵਿੱਚ ਪ੍ਰੋਪਰ ਯੂਕੇ ਦਾ ਹੋਏਗਾ, ਟੀਅਰ 1, ਟੀਅਰ 2, ਟੀਅਰ 4 ਤੋਂ ਲੈ ਕੇ ਟੀਅਰ 1 ਤੱਕ ਕਿੱਦਾਂ ਅਸੀਂ ਜਾਣਾ ਹੈਗਾ, ਪੁਆਇੰਟ ਬੇਸ ਸਿਸਟਮ, ਇਮੀਗ੍ਰੇਸ਼ਨ ਸਿਸਟਮ ਦੇ ਨਾਲ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਪਏ ਹਾਂ ਇਸ ਵੇਲੇ। ਮੈਂ ਫਿਰ ਗੱਲ ਉਹੀ ਕਰਦਾ, ਐਲੀਜੀਬਿਲਟੀ ਆਪਣੀ ਚੈੱਕ ਕਰਿਆ ਕਰੋ। ਐਲੀਜੀਬਿਲਟੀ ਦੇ ਹਿਸਾਬ ਦੇ ਨਾਲ ਅਪਲਾਈ ਕਰੋਗੇ, ਤੁਸੀਂ ਕਦੀ ਧੋਖਾ ਨਹੀਂ ਖਾਓਗੇ। ਹਰਨੀਤ ਓਵਰਸੀਜ਼ ਪਾਥਵੇ ਐਜੂਕੇਸ਼ਨ ਤੁਹਾਨੂੰ ਯੂਕੇ, ਕੈਨੇਡਾ, ਜਰਮਨੀ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਸਿੰਗਾਪੁਰ, ਸਾਈਪਰਸ, ਇਹ ਸਾਰਿਆਂ ਦੀ ਅੱਛੀ ਸਰਵਿਸਿਜ਼ ਦੇਗਾ। ਅੱਛੇ ਆਉਣ ਵਾਲੇ ਦਿਨਾਂ ਦੇ ਵਿੱਚ ਓਨੈਸਟਲੀ ਸਰਵਿਸਿਜ਼ ਦੇਗਾ। ਕਈ ਕਾਲਜਸ, ਕਈ ਯੂਰਪੀਅਨ ਕੰਟਰੀਜ਼ ਇੱਥੇ ਜਿੱਥੇ ਫੀਸ ਆਫਟਰ ਵੀਜ਼ਾ ਹੁੰਦੀ ਹੈ, ਉੱਥੇ ਕਾਲਜ ਯੂਨੀਵਰਸਿਟੀ ਫੀਸ ਆਫਟਰ ਵੀਜ਼ਾ ਹੁੰਦੀ ਹੈ। ਕੋਈ ਫੀਸ ਮੈਂ ਆਪਣੇ ਕੋਲੋਂ ਨਹੀਂ ਭਰਨੀ, ਤੁਹਾਨੂੰ ਫੀਸ ਆਫਟਰ ਵੀਜ਼ਾ ਦੀ ਆਪਸ਼ਨ ਜਿਹੜੀ ਹੈ ਕਾਲਜ ਯੂਨੀਵਰਸਿਟੀ ਤੋਂ ਹੀ ਲੈ ਕੇ ਦੇਵਾਂਗੇ, ਤਾਂ ਕਿ ਤੁਹਾਡਾ ਖਰਚਾ ਬਹੁਤ ਘੱਟ ਹੋਵੇ। ਜਿਹੜੇ ਬੱਚੇ ਇਸ ਵੇਲੇ ਐਲੀਜੀਬਲ ਨਹੀਂ ਹੋ ਪਾ ਰਹੇ ਯੂਕੇ ਦੇ ਵਿੱਚ ਗੈਪ ਕਰਕੇ ਆ, ਜਾਂ ਕੈਨੇਡਾ ਦੇ ਵਿੱਚ ਤੁਹਾਡੇ ਪ੍ਰੋਫਾਈਲ ਲੋ ਹੋਣ ਕਰਕੇ ਆ, ਉਹ ਸਾਰੇ ਬੱਚੇ ਇਸ ਵੇਲੇ ਯੂਰਪ ਦੀਆਂ ਕੰਟਰੀਜ਼ ਦੇ ਵਿੱਚ ਅਪਲਾਈ ਕਰ ਸਕਦੇ। ਸਾਰੀਆਂ ਆਇਰਲੈਂਡ ਕੰਟਰੀ ਵੀ ਇਸ ਵੇਲੇ ਵੈਲਕਮ ਕਰ ਰਹੀ ਹੈ ਸਟੂਡੈਂਟ ਨੂੰ। ਟੂਰਿਸਟ ਵੀਜ਼ਾ ਡੀਲ ਕਰ ਦਿਓ। ਟੂਰਿਸਟ ਵੀਜ਼ਾ ਐਡਵੋਕੇਟ ਸਾਹਿਬ ਕੇ ਟੂਰਿਸਟ ਵੀਜ਼ਾ ਲਈ ਹਲੇ ਥੋੜੇ ਦਿਨ ਆਪਣੇ ਦਿਮਾਗ 'ਚ ਟੂਰਿਸਟ ਵੀਜ਼ਾ ਕੱਢ ਦਿਓ, ਕਿਉਂਕਿ ਟੂਰਿਸਟ ਵੀਜ਼ਾ ਸਿਰਫ ਪੇਰੈਂਟਸ ਨੂੰ ਮਿਲੇਗਾ ਜਿੱਦਣ ਤੁਹਾਡਾ ਵੀਜ਼ਾ ਸ਼ੁਰੂ ਹੋਏਗਾ, ਜਿੱਦਣ ਬਾਰਡਰ ਸ਼ੁਰੂ ਹੋਣਗੇ। ਟੂਰਿਸਟ ਵੀਜ਼ਾ, ਘੁੰਮਣ ਫਿਰਨ ਦਾ ਵੀਜ਼ਾ ਹਲੇ ਕੋਈ ਵੀ ਕੰਟਰੀ ਇੱਦਾਂ ਨਹੀਂ ਖੁੱਲ੍ਹੇਗੀ, ਕਿਉਂਕਿ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਬੱਚੇ, ਸਟੂਡੈਂਟ ਤੇ ਚਾਹੀਦੇ ਆ, ਕਾਮੇ ਚਾਹੀਦੇ ਆ। ਤੇ ਇਸ ਚੀਜ਼ ਨੂੰ ਦੇਖਦੇ ਹੋਏ ਤੁਹਾਨੂੰ ਟੂਰਿਸਟ ਵੀਜ਼ਾ ਨਹੀਂ ਸੋਚਣਾ ਚਾਹੀਦਾ। ਹੋਰ ਜਿਹੜੇ ਵੀਜ਼ਾਸ ਹੈਗੇ ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਟੂਰਿਸਟ ਵੀਜ਼ਾ ਇਸ ਵੇਲੇ ਆਉਣ ਵਾਲੇ ਦਿਨਾਂ 'ਚ ਹਲੇ ਨਹੀਂ ਹੋਏਗਾ। ਸੋ ਅਗਰ ਤੁਹਾਨੂੰ ਇਹ ਪ੍ਰੋਗਰਾਮ ਅੱਛਾ ਲੱਗਾ, ਇਹਨੂੰ ਲਾਈਕ ਕਰੋ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵਿੱਚ ਸ਼ੇਅਰ ਕਰੋ, ਤਾਂ ਕਿ ਇੱਕ ਓਨੈਸਟ ਐਡਵਾਈਸ ਸਾਰਿਆਂ ਤੱਕ ਪਹੁੰਚ ਸਕੇ, ਜਿੰਨਾ ਤੋਂ ਜ਼ਿਆਦਾ ਹੋ ਸਕਦਾ। ਉਮੀਦ ਆ ਪ੍ਰੋਗਰਾਮ ਠੀਕ ਲੱਗਾ ਹੋਏਗਾ। ਆਪਣੇ ਸੁਜੈਸ਼ਨ ਜ਼ਰੂਰ ਸਾਨੂੰ ਦਿਓ ਕਿ ਜਿਹੜੀ ਚੀਜ਼ਾਂ ਤੁਸੀਂ ਹੋਰ ਸਾਡੇ ਕੋਲੋਂ ਕੀ ਪੁੱਛਣਾ ਚਾਹੁੰਦੇ ਹੋ, ਹੋਰ ਸਾਡੇ ਕੋਲੋਂ ਕੀ ਸਾਡੇ ਕੁਐਸਚਨ ਇੱਦਾਂ ਦੇ ਹੈਗੇ, ਕੁਐਸਚਨ ਤੁਸੀਂ ਭੇਜੋਗੇ, ਉਹ ਨੈਕਸਟ ਲਾਈਵ ਦੇ ਵਿੱਚ ਮੈਂ ਤੁਹਾਡੇ ਕੋਲ ਕੁਐਸਚਨ ਲੈ ਕੇ ਆਊਂਗਾ। ਤੁਹਾਡੇ ਸੁਜੈਸ਼ਨ, ਅਗਰ ਤੁਹਾਡੇ ਨਾਲ ਸਾਡੀ ਕੋਈ ਚੀਜ਼ ਤੁਹਾਨੂੰ ਸਾਡੀ ਮਾੜੀ ਲੱਗੀ ਹੈ, ਉਹ ਵੀ ਮੈਨੂੰ ਜ਼ਰੂਰ ਆਪਣਾ ਫੀਡਬੈਕ ਦਿਓ, ਤਾਂ ਕਿ ਅਸੀਂ ਅੱਗੇ ਤੋਂ ਉਹਦਾ ਸੁਧਾਰ ਕਰੀਏ। ਧੰਨਵਾਦ ਦੋਸਤੋ।